ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ। ਇੱਕ ਓੰਕਾਰ ਸਤ ਗੁਰ ਪ੍ਰਸਾਦ ਡਖਣਾ। ਜੋ ਤੋ ਕੀਨੇ ਆਪਣੇ ਤਿੰਨਾ ਕੋ ਮਿਲਿਓ ਹੈ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਸ਼੍ਰੀ ਰਾਗ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਸ਼ੰਤ ਦੇ ਰੂਪ ਵਿੱਚ ਜੋ ਪਾਵਨ ਬਚਨ ਉਚਾਰਨ ਕੀਤੇ। ਦੱਖਣ ਦਿਸ਼ਾ ਦੀ ਬੋਲੀ ਵਿੱਚ ਸਤਿਗੁਰੂ ਮਹਾਰਾਜ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਵਿੱਚ ਜੋ ਸਮਝਾਉਣਾ ਚਾਹੁੰਦੇ ਨੇ, ਅੱਜ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 81 ਦੇ ਉੱਪਰ ਸੁਭਾਏਮਾਨ ਹਨ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਰ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਜੋ ਤਉ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੂੰ ਆਪਣਾ ਬਣਾਇਆ, ਉਹਨਾਂ ਨੂੰ ਫਿਰ ਆਪ ਹੀ ਪਰਮੇਸ਼ਵਰ ਨੇ ਮਿਲਣਾ ਕੀਤਾ। ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣਾ ਕੀਤਾ ਹੈ, ਆਪਣਾ ਬਣਾਇਆ ਹੈ, ਉਦਮ ਅਸੀਂ ਕਰਨਾ ਹੈ, ਯਤਨ ਅਸੀਂ ਕਰਨਾ ਹੈ, ਕੋਸ਼ਿਸ਼ ਅਸੀਂ ਕਰਨੀ ਹੈ, ਪਰ ਮਿਲਾਪ ਵਾਹਿਗੁਰੂ ਜੀ ਨੇ ਆਪਣਾ ਆਪ ਬਖਸ਼ਣਾ ਹੈ। ਯਤਨ ਸਾਡਾ ਹੈ, ਕੋਸ਼ਿਸ਼ ਸਾਡੀ ਹੈ, ਪਰ ਉਹ ਵੀ ਕੋਸ਼ਿਸ਼ ਕੀਤੀ ਹੋਈ, ਉਦਮ ਕੀਤਾ ਹੋਇਆ ਕਾਮਯਾਬ, ਜਿਹਦੇ ਵਿੱਚ ਹੰਕਾਰ ਨਹੀਂ, ਜਿਹਦੇ ਵਿੱਚ ਇਹ ਬੇਨਤੀ ਹੈ ਕਿ ਵਾਹਿਗੁਰੂ ਜੀ ਇਹ ਮਿਲਾਪ ਵੀ ਤੁਸੀਂ ਆਪ ਹੀ ਬਖਸ਼ਣਾ ਹੈ। ਮੇਰਾ ਕੰਮ ਹੈ ਬੀਜ ਬੀਜਣਾ, ਇਸ ਬੀਜ ਨੂੰ ਫਲ ਲਾਉਣਾ ਤੁਹਾਡਾ ਕੰਮ ਹੈ। ਮੇਰਾ ਕੰਮ ਹੈ ਭੋਜਨ ਖਾਣਾ, ਪਰ ਇਸ ਭੋਜਨ ਨੂੰ ਪਚਾ ਕੇ ਰਸ ਤੱਕ ਪਹੁੰਚਾਉਣਾ ਤੁਹਾਡਾ ਕੰਮ ਹੈ। ਹੁਣ ਇਹ ਮੇਰੇ ਤੇ ਡਿਪੈਂਡ ਕਰਦਾ ਹੈ ਵੀ ਮੈਂ ਭੋਜਨ ਕਿਸ ਪ੍ਰਕਾਰ ਦਾ ਖਾ ਰਿਹਾ। ਇਹ ਮੇਰੇ ਤੇ ਡਿਪੈਂਡ ਕਰਦਾ ਹੈ ਕਿ ਮੈਂ ਬੀਜ ਕੈਸਾ ਬੀਜ ਰਿਹਾ। ਫਲ ਪਰਮੇਸ਼ਵਰ ਨੇ ਲਾਉਣਾ ਹੈ,
ਅਸੀਂ ਸਾਰੇ ਹੀ ਪਰਮੇਸ਼ਵਰ ਨੂੰ ਮਿਲਣਾ ਚਾਹੁੰਦੇ ਹਾਂ, ਪਰ ਕਰਮ ਆਪਣੇ ਆਪਣੇ ਤਰੀਕੇ ਦੇ ਨਾਲ ਕਰ ਰਹੇ ਹਾਂ। ਯਤਨ ਆਪਣੇ ਆਪਣੇ ਤਰੀਕੇ ਨਾਲ, ਉਪਾਅ ਅਸੀਂ ਆਪਣੇ ਆਪਣੇ ਤਰੀਕੇ ਨਾਲ ਕਰ ਰਹੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਇਹ ਸਾਰੇ ਹੀ ਜਿੰਨੇ ਵੀ ਧਰਮ ਨੇ, ਉਪਾਅ ਨੇ, ਯਤਨ ਨੇ, ਜਪ ਤਪ ਨੇ, ਇਹ ਸਭ ਤੁਹਾਨੂੰ ਮਿਲਣਾ ਚਾਹੁੰਦੇ ਆ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਦੀ ਮਿਲਾਪ ਉਹਨਾਂ ਦਾ ਹੋਣਾ ਜਿਨ੍ਹਾਂ ਨੂੰ ਤੁਸੀਂ ਆਪ ਮਿਲਾਓਗੇ। ਹੁਣ ਅਸੀਂ ਕੀ ਵਿਚਾਰਨਾ ਹੈ? ਅਸੀਂ ਇਹ ਵਿਚਾਰਨਾ ਹੈ ਕਿ ਅਸੀਂ ਉਹ ਕਰਮ ਕਰੀਏ ਜਿਹਦੇ ਨਾਲ ਪਰਮੇਸ਼ਵਰ ਆਪ ਹੀ ਤਰੁੱਠ ਕੇ ਸਾਨੂੰ ਆਪਣੇ ਨਾਲ ਮਿਲਾ ਲਵੇ। ਅਸੀਂ ਆਪਣੇ ਆਪਣੇ ਵੱਲੋਂ ਸਾਰੇ ਹੀ ਗੁਰੂ ਚਰਨਾਂ ਵਿੱਚ ਜੁੜਨ ਲਈ ਆਏ ਹਾਂ, ਪਰ ਜ਼ਰੂਰੀ ਨਹੀਂ ਕਿ ਸਾਰੇ ਹੀ ਜੁੜ ਕੇ ਗੁਰੂ ਸਾਹਿਬ ਦੇ ਚਰਨਾਂ ਤੋਂ ਜਾਣਗੇ। ਇਹ ਤਾਂ ਗੁਰੂ ਸਾਹਿਬ ਜੀ ਨੇ ਤਰੁੱਠ ਕੇ ਜਿਨ੍ਹਾਂ ਨੂੰ ਜੋੜਨਾ, ਉਹਨਾਂ ਨੇ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨਾ ਹੈ। ਇਸ ਲਈ ਮਹਾਰਾਜ ਨੇ ਆਖਿਆ ਵੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਤੁਸੀਂ ਆਪ ਮਿਲਾਇਆ, ਉਹੀ ਤੁਹਾਨੂੰ ਮਿਲੇ ਨੇ। ਜਿਨ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਉਹਨਾਂ ਨੂੰ ਅਸੀਂ ਧੰਨ ਕਹਿੰਦੇ ਆ ਵੀ ਤੁਸੀਂ ਧੰਨ ਹੋ ਗਏ। ਤੇ ਅਸੀਂ ਵੀ ਉਸੇ ਰਾਹ ਸੀ, ਯਤਨ ਅਸੀਂ ਵੀ ਉਸੇ ਤਰੀਕੇ ਨਾਲ ਕੀਤਾ ਹੈ, ਪਰ ਤੁਸੀਂ ਧੰਨ ਹੋ ਗਏ ਕਿਉਂਕਿ ਤੁਹਾਨੂੰ ਪ੍ਰਭੂ ਨੇ ਆਪਣਾ ਕਰ ਲਿਆ, ਤੁਹਾਨੂੰ ਪਰਮੇਸ਼ਵਰ ਨੇ ਆਪਣਾ ਬਣਾ ਲਿਆ। ਫਰਕ ਕੀ ਰਹਿ ਗਿਆ? ਰਸਤਾ ਉਹੀ ਸੀ, ਕੋਸ਼ਿਸ਼ਾਂ ਵੀ ਉਹੀ ਸੀ, ਪਰ ਫਰਕ ਇਹ ਸੀ ਕਿ ਅਸੀਂ ਮੈਂ ਕਰਦੇ ਰਹਿ ਗਏ ਤੇ ਤੁਸੀਂ ਤੂੰ ਹੀ ਕਰਦੇ ਨਿਰੰਕਾਰ ਦੇ ਵਿੱਚ ਲੀਨ ਹੋ ਗਏ। ਇਸ ਲਈ ਜਿਨ੍ਹਾਂ ਨੇ ਆਖਿਆ ਤੂੰ ਹੀ ਤੂੰ, ਉਹਨਾਂ ਨੂੰ ਨਿਰੰਕਾਰ ਨੇ ਫਿਰ ਮਿਲਾ ਲਿਆ। ਜਿਨ੍ਹਾਂ ਆਖਿਆ ਮੈਂ ਹੀ ਮੈਂ, ਉਹ ਫਿਰ ਪਰਮੇਸ਼ਵਰ ਦੇ ਵਿੱਚ ਲੀਨ ਨਹੀਂ ਹੋ ਸਕੇ, ਉਹਨਾਂ ਦਾ ਪਰਮੇਸ਼ਵਰ ਨਾਲ ਮਿਲਾਪ ਨਹੀਂ ਹੋ ਸਕਿਆ। ਤੇ ਆਪਣੇ ਸਿਆਣਪ ਨਾਲ, ਚਤੁਰਾਈ ਨਾਲ, ਚਲਾਕੀ ਨਾਲ ਇਹ ਨਹੀਂ ਕਿ ਮੈਂ ਜਿਸ ਰਾਹ ਉੱਤੇ ਤੁਰਿਆ, ਮੈਂ ਉਸ ਰਾਹ ਤੁਰਨ ਵਾਲਿਆਂ ਦਾ ਮੇਲ ਵਾਹਿਗੁਰੂ ਜੀ ਨਾਲ ਹੋ ਗਿਆ ਤੇ ਮੈਂ ਹੁਣ ਚਲਾਕੀ ਵਰਤਾਂ, ਮੈਂ ਹੁਣ ਸਿਆਣਪ ਵਰਤਾਂ ਤੇ ਮੇਰਾ ਵੀ ਮੇਲ ਹੋ ਜਾਏ। ਪਰ ਸਾਹਿਬ ਕਹਿੰਦੇ ਨਹੀਂ, ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਆਪਣੇ ਕੀਤਿਆਂ ਮਿਲਾਪ ਹੁੰਦਾ ਹੋਵੇ ਫਿਰ ਵਿਛੜ ਕੇ ਰੋਣ ਦੀ ਲੋੜ ਹੀ ਕੀ ਹੈ? ਪਰ ਵਿਛੜ ਕੇ ਫਿਰ ਪੁਕਾਰ ਕਰਨ ਦੀ ਲੋੜ ਹੀ ਕੀ ਹੈ? ਵਿਛੜ ਕੇ ਬੇਨਤੀ ਅਰਜ਼ੋਈ ਕਰਨ ਦੀ ਜ਼ਰੂਰਤ ਹੀ ਕੀ ਹੈ ਜੇ ਆਪਣੇ ਕੀਤਿਆਂ ਪਰਮੇਸ਼ਵਰ ਮਿਲਦਾ ਹੋਵੇ? ਫਿਰ ਸਾਨੂੰ ਕੀ ਜ਼ਰੂਰਤ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਇਹ ਕਹਿਣ ਦੀ ਕੀ ਲੋੜ ਹੈ ਜੇ ਆਪਣ ਸਿਆਣਪ, ਚਤੁਰਾਈ, ਚਲਾਕੀ ਦੇ ਨਾਲ ਹੀ ਪਰਮੇਸ਼ਵਰ ਮਿਲ ਜਾਂਦਾ ਹੋਵੇ? ਫਿਰ ਵਿਛੜ ਕੇ ਰੋਵਣ ਦੀ ਲੋੜ ਨਹੀਂ। ਇਸ ਲਈ ਇਹ ਤੇ ਉਸ ਮਾਲਕ ਨੇ ਕਿਰਪਾ ਕਰਨੀ ਹੈ ਤੇ ਜਿਨ੍ਹਾਂ ਉੱਤੇ ਕੀਤੀ ਹੈ ਉਹਨਾਂ ਨੂੰ ਫਿਰ ਧੰਨ ਕਿਹਾ ਜਾਂਦਾ ਹੈ ਵੀ ਤੁਸੀਂ ਧੰਨ ਹੋ, ਧੰਨਤਾ ਦੇ ਯੋਗ ਹੋ, ਧੰਨਤਾ ਦੇ ਪਾਤਰ, ਵਡਿਆਈ ਦੇ ਪਾਤਰ ਹੋ, ਕਿਉਂਕਿ ਤੁਹਾਡੇ ਵਿੱਚ ਉਹ ਖਾਸੀਅਤ, ਤੁਹਾਡੇ ਵਿੱਚ ਉਹ ਗੁਣ ਸੀ ਜਿਸ ਗੁਣ ਦੇ ਆਧਾਰ ਉੱਤੇ ਤੁਹਾਨੂੰ ਪਰਮੇਸ਼ਵਰ ਨੇ ਆਪਣਾ ਬਣਾ ਲਿਆ ਜਾਂ ਆਪਣਾ ਮੇਲ ਜਿਹੜਾ ਸੀ ਉਹ ਬਖਸ਼ ਦਿੱਤਾ। ਅਸੀਂ ਆਪਣੇ ਕੀਤਿਆਂ ਨਹੀਂ, ਯਤਨ ਕਰਨਾ ਹੈ। ਅਸੀਂ ਮਸ਼ੱਕਤ ਮਿਹਨਤ ਘਾਲਣਾ ਅਸੀਂ ਘਾਲਣੀ ਹੈ, ਪਰ ਜਿਹੜਾ ਮਿਲਾਪ ਹੈ ਉਹ ਪਰਮੇਸ਼ਵਰ ਨੇ ਆਪ ਤਰੁੱਠ ਕੇ ਬਖਸ਼ਣਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਵਾਲਾ ਬਚਨ ਸਾਂਝਾ ਹੋਇਆ ਹੈ ਕਿ ਸਾਨੂੰ ਪਰਮੇਸ਼ਵਰ ਨੂੰ ਮਿਲਣ ਦੀ ਬਜਾਏ ਆਪਣਾ ਆਪਾ ਸਵਾਰਨਾ ਚਾਹੀਦਾ ਹੈ।
ਅਸੀਂ ਆਪਣੇ ਆਪ ਨੂੰ ਸਵਾਰੀਏ, ਪਰਮੇਸ਼ਵਰ ਨੇ ਆਪ ਹੀ ਮਿਲ ਪੈਣਾ, ਸਾਨੂੰ ਮਿਲਣ ਦੀ ਲੋੜ ਹੀ ਨਹੀਂ। ਬਸ ਆਪਣੇ ਆਪੇ ਨੂੰ ਸਵਾਰਨ ਦੀ ਲੋੜ ਹੈ। ਪਰ ਆਪਣੇ ਆਪੇ ਨੂੰ ਤਾਂ ਹੀ ਅਸੀਂ ਸਵਾਰਾਂਗੇ ਜੇ ਆਪਣੇ ਆਪੇ ਦੀ ਸੋਝੀ ਹੋਏਗੀ, ਆਪਣੇ ਆਪ ਦਾ ਗਿਆਨ ਹੋਏਗਾ। ਹਜੇ ਤੇ ਸਾਨੂੰ ਦੂਜਿਆਂ ਦੀ ਸੋਝੀ ਹੈ ਕਿ ਫਲਾਣੇ ਵਿੱਚ ਕਿਹੜੀਆਂ ਕਮੀਆਂ ਨੇ, ਫਲਾਣੇ ਵਿੱਚ ਕਿਹੜੇ ਅਵਗੁਣ ਨੇ, ਪਰ ਆਪਣੇ ਜੀਵਨ ਦਾ ਪਤਾ ਹੀ ਨਹੀਂ ਕਿ ਉਹਦੇ ਨਾਲੋਂ 4 ਗੁਣਾ ਵੱਧ ਭਾਵੇਂ ਮੇਰੇ ਵਿੱਚ ਅਵਗੁਣ ਹੋਣ। ਮੈਂ ਦੂਸਰਿਆਂ ਦੀਆਂ ਖਾਮੀਆਂ ਜਿਹੜੀਆਂ ਸੀ ਉਹ ਤੇ ਦੱਸ ਦਿੱਤੀਆਂ ਨੇ, ਪਰ ਆਪਣੇ ਜੀਵਨ ਵਿੱਚ ਵੇਖਿਆ ਹੀ ਨਹੀਂ ਕਿ ਮੇਰੇ ਜੀਵਨ ਵਿੱਚ ਵੀ ਬਹੁਤ ਖਾਮੀਆਂ ਨੇ। ਇਸ ਲਈ ਆਪਣਾ ਆਪਾ ਸਵਾਰਨਾ ਪੈਣਾ ਹੈ। ਜਦੋਂ ਅਸੀਂ ਆਪਣਾ ਆਪਾ ਸਵਾਰਦੇ ਹੋਏ ਚੱਲਾਂਗੇ, ਫਿਰ ਸਾਨੂੰ ਸਮਝ ਆਏਗੀ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੈ ਸੋਏ। ਫਰੀਦਾ ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਆ ਕਿ ਤੂੰ ਆਪਣੇ ਆਪ ਨੂੰ ਸਵਾਰ। ਜੇ ਤੂੰ ਨਿਰੰਕਾਰ ਵਾਹਿਗੁਰੂ ਜੀ ਦਾ ਮਿਲਾਪ ਚਾਹੁੰਦਾ ਹੈ, ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ, ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਤਾਂ ਸਭ ਜਗ ਤੇਰਾ ਹੋਏ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਜੋ ਤਉ ਕੀਨੇ ਆਪਣੇ ਤਉ ਤੁਸੀਂ। ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਆਪਣਾ ਕੀਤਾ, ਤਿੰਨਾਂ ਕੂ ਮਿਲਿਓ ਹੈ, ਉਹਨਾਂ ਨੂੰ ਹੀ ਤੁਸੀਂ ਮਿਲੇ ਹੋ, ਜਾਂ ਉਹਨਾਂ ਨੂੰ ਹੀ ਤੁਹਾਡਾ ਮਿਲਾਪ ਹਾਸਲ ਹੋਇਆ ਹੈ। ਆਪੇ ਹੀ ਆਪ ਮੋਹਿਓ, ਜਸ ਨਾਨਕ ਆਪ ਸੁਣਿਓ ਹੈ। ਕਹਿੰਦੇ ਨੇ ਤੁਸੀਂ ਆਪ ਹੀ ਜਿਨ੍ਹਾਂ ਨੂੰ ਆਪਣਾ ਮਿਲਾਪ ਦਿੱਤਾ ਹੈ, ਉਹਨਾਂ ਨੂੰ ਜੋ ਉਹਨਾਂ ਦੇ ਅੰਦਰ ਪ੍ਰੇਮ ਸੀ, ਉਹਨਾਂ ਦੇ ਪ੍ਰੇਮ ਦੇ ਵਿੱਚ ਤੁਸੀਂ ਆਪ ਹੀ ਮੋਹੇ ਗਏ। ਤੇ ਜਦੋਂ ਤੁਸੀਂ ਆਪ ਹੀ ਉਹਨਾਂ ਦੇ ਪ੍ਰੇਮ ਵਿੱਚ ਮੋਹੇ ਗਏ ਤੇ ਉਹਨਾਂ ਵਿੱਚ ਲੀਨ ਹੋ ਕੇ ਆਪਣਾ ਜਸ ਵੀ ਆਪ ਹੀ ਸੁਣਿਆ ਹੈ। ਕਿਉਂਕਿ ਜਿਹਨੂੰ ਮਿਲਾਪ ਹਾਸਲ ਹੋ ਗਿਆ, ਉਹਦੇ ਅੰਦਰ ਮੈਂ ਤੇ ਰਹੀ ਨਹੀਂ ਗਈ, ਉਹਦੇ ਅੰਦਰ ਹੰਕਾਰ ਦਾ ਕਣ ਤੇ ਰਹੀ ਨਹੀਂ ਗਿਆ। ਕਿਸੇ ਵੀ ਪ੍ਰਕਾਰ ਵਿੱਚੋਂ, ਕਿਸੇ ਵੀ ਅਵਸਥਾ ਦੇ ਵਿੱਚੋਂ ਮੈਂ ਦੀ ਆਵਾਜ਼ ਆਉਂਦੀ ਹੋਈ ਨਹੀਂ ਹੈ। ਬਸ ਹਰ ਵੇਲੇ ਤੂੰ ਹੀ ਤੂੰ, ਤੂੰ ਹੀ ਤੂੰ। ਤੇ ਜਿਹੜੇ ਤੂੰ ਹੀ ਕਰਦਿਆਂ ਤੇਰਾ ਰੂਪ ਹੋ ਗਏ ਵਾਹਿਗੁਰੂ ਜੀ, ਆਪ ਉਹਨਾਂ ਵਿੱਚ ਆਪ ਹੀ ਤੂੰ ਵਰਤ ਕੇ, ਜਾਂ ਉਹਨਾਂ ਦੇ ਪ੍ਰੇਮ ਵਿੱਚ ਮੋਹਿਤ ਹੋ ਕੇ ਤੂੰ ਆਪਣਾ ਜਸ ਵਾਹਿਗੁਰੂ ਜੀ ਤੁਸੀਂ ਆਪ ਹੀ ਸੁਣ ਰਹੇ ਹੋ। ਕਿਉਂਕਿ ਉਹਦੇ ਵਿੱਚ ਕੋਈ ਭੇਦ, ਕੋਈ ਫਰਕ ਰਹਿ ਨਹੀਂ ਗਿਆ। ਕਬੀਰ ਸਾਹਿਬ ਜੀ ਨੇ ਜਿਵੇਂ ਆਪਣਾ ਜ਼ਿਕਰ ਕੀਤਾ ਕਿ ਰਾਮ ਕਬੀਰਾ ਏਕ ਬਹੇ ਹੈ, ਕੋਇ ਨਾ ਸਕੈ ਪਛਾਨੀ। ਕੋਈ ਪਛਾਣ ਹੀ ਨਹੀਂ ਸਕਦਾ। ਕਬੀਰ ਤੇ ਰਾਮ ਉਹ ਰੱਬੀ ਜੋਤ, ਆਤਮਿਕ ਜੋਤ ਇੱਕਮਿਕ ਹੋ ਗਈ। ਜਿਹੜੀ ਅੰਦਰ ਦੀ ਜੋਤ ਸੀ, ਪਰਮ ਜੋਤ ਵਿੱਚ ਲੀਨ ਹੋ ਗਈ, ਇੱਕਮਿਕ ਹੋ ਗਈ। ਹੁਣ ਪਤਾ ਹੀ ਨਹੀਂ ਲੱਗਦਾ ਕਬੀਰ ਕੌਣ ਹੈ ਤੇ ਰਾਮ ਕੌਣ ਹੈ, ਇੱਕਮਿਕ ਹੋ ਗਏ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਆਪਣਾ ਆਪ ਮੇਲ ਦਿੱਤਾ, ਉਹ ਐਸੇ ਇੱਕਮਿਕ ਹੋ ਗਏ ਜਿਵੇਂ ਭਗਤ ਸਾਹਿਬਾਨ ਕਹਿੰਦੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਮੇਰੇ, ਮੇਰੇ ਤੇਰੇ ਵਿੱਚ ਹੁਣ ਅੰਤਰ ਕਿਸ ਤਰ੍ਹਾਂ ਦਾ, ਕੋਈ ਫਰਕ ਹੀ ਨਹੀਂ ਰਹਿ ਗਿਆ, ਕੋਈ ਅੰਤਰ ਹੀ ਨਹੀਂ ਰਹਿ ਗਿਆ। ਹੁਣ ਇਹ ਜਿਹੜਾ ਜਨ ਸੀ, ਇਹਦੇ ਵਿੱਚ ਉਹ ਗੁਣ ਆ ਗਏ, ਹਰੀ ਵਾਲੇ, ਵਾਹਿਗੁਰੂ ਜੀ ਵਾਲੇ ਗੁਣ ਆ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰ ਉੱਤੇ ਭਾਈ ਲਹਿਣਾ ਜੀ ਸੇਵਾ ਕਰਦੇ ਆ। ਜੋ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਉਹਨੂੰ ਇਕੱਤਰ ਕਰਦੇ ਆ। ਜਿਸ ਤਰ੍ਹਾਂ ਦਾ ਸੁਭਾਅ ਗੁਰੂ ਨਾਨਕ ਸਾਹਿਬ ਜੀ ਦਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦਾ ਜਿਸ ਤਰ੍ਹਾਂ ਦਾ ਜੀਵਨ ਹੈ,
ਉਹ ਸਾਰੇ ਹੀ ਗੁਣ ਗ੍ਰਹਿਣ ਕਰ ਲਏ। ਜਦੋਂ ਸਾਰੇ ਹੀ ਗੁਣ ਗ੍ਰਹਿਣ ਕਰ ਲਏ ਫਿਰ ਭਾਈ ਲਹਿਣਾ ਜੀ ਲਹਿਣਾ ਨਹੀਂ ਰਹਿ ਗਏ, ਫਿਰ ਉਹ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਏ। ਤੇ ਜਦੋਂ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਏ ਤੇ ਫਿਰ ਸੰਗਤ ਨੇ ਆਖਿਆ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਗਿਆ। ਅਸੀਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਦੀਦਾਰ ਕਰਦੇ ਸਾਂ ਉਵੇਂ ਹੀ ਗੁਰੂ ਅੰਗਦ ਸਾਹਿਬ ਜੀ ਦੇ ਦੀਦਾਰ ਕਰਦੇ ਹਾਂ। ਨਾਨਕ ਤੂੰ ਲਹਿਣਾ ਤੂੰ, ਕਹਿਣ ਲੱਗੇ ਨਾਨਕ ਵੀ ਤੁਸੀਂ ਹੋ ਤੇ ਲਹਿਣਾ ਵੀ ਤੁਸੀਂ ਹੋ, ਭਾਵ ਤੁਹਾਡੇ ਵਿੱਚ ਕੋਈ ਅੰਤਰ ਨਹੀਂ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ, ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਆਉਂਦੇ ਹੈ। ਪਰ ਜਿਸ ਦਿਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਤੇ ਜਦੋਂ ਉਸ ਤਰ੍ਹਾਂ ਦਾ ਜੀਵਨ ਆਪਣਾ ਢਾਲ ਲਿਆ ਬਣਾ ਲਿਆ ਕੋਈ ਅੰਤਰ ਹੀ ਨਹੀਂ ਰਹਿ ਗਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਕਿਉਂਕਿ ਕੋਈ ਭੇਦ ਹੀ ਨਹੀਂ ਰਹਿ ਗਿਆ, ਕੋਈ ਫਰਕ ਹੀ ਨਹੀਂ ਰਹਿ ਗਿਆ। ਸਮਝ ਕੇ ਚੱਲੀਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦੇ ਹਾਂ, ਬਾਣੀ ਦਾ ਅਭਿਆਸ ਕਰਦੇ ਹਾਂ, ਕਦੇ ਦੇਖੀਏ ਵੀ ਅਸੀਂ ਬਾਣੀ ਦਾ ਰੂਪ ਹੋ ਗਏ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਹੋ ਗਏ ਹਾਂ, ਭਾਵ ਉਹ ਗੁਣ ਗ੍ਰਹਿਣ ਕਰ ਲਏ ਨੇ ਅਸੀਂ ਜਿਹੜੇ ਗੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਆ। ਜਿਹੜੀ ਬਾਣੀ ਅਸੀਂ ਪੜ੍ਹ ਰਹੇ ਹਾਂ ਕਿ ਉਸ ਬਾਣੀ ਦਾ ਰੂਪ ਅਸੀਂ ਹੋ ਚੁੱਕੇ ਹਾਂ। ਸਾਡੀ ਸੋਚ, ਸਾਡੀ ਵਿਚਾਰ, ਸਾਡੇ ਖਿਆਲ ਕਿ ਗੁਰਬਾਣੀ ਵਰਗੇ ਹੋ ਗਏ ਨੇ। ਜੇ ਸਾਡਾ ਜੀਵਨ ਗੁਰਬਾਣੀ ਵਰਗਾ ਹੋ ਗਿਆ ਫਿਰ ਤੇ ਕੋਈ ਸ਼ੱਕ ਨਹੀਂ, ਫਿਰ ਤੇ ਨਿਰੰਕਾਰ ਨਾਲ ਮੇਲ ਹੋਏਗਾ। ਪਰ ਜੇ ਅਸੀਂ ਹਜੇ ਗੁਰਬਾਣੀ ਪੜ੍ਹ ਰਹੇ ਹਾਂ ਪਰ ਗੁਰਬਾਣੀ ਬਣ ਨਹੀਂ ਰਹੇ ਹਾਂ, ਅਸੀਂ ਗੁਰਬਾਣੀ ਪੜ੍ਹ ਰਹੇ ਹਾਂ ਪਰ ਗੁਰਬਾਣੀ ਦਾ ਰੂਪ ਨਹੀਂ ਅਸੀਂ ਹੋ ਰਹੇ ਹਾਂ, ਫਿਰ ਹਜੇ ਭੇਦ ਫਰਕ ਹੈ ਨਾ, ਹਜੇ ਅੰਤਰ ਹੈ। ਅੰਤਰ ਦਾ ਮਤਲਬ ਹਜੇ ਅਸੀਂ ਆਪਣਾ ਜੀਵਨ ਆਪਣੇ ਢੰਗ ਨਾਲ ਜੀ ਰਹੇ ਹਾਂ ਪਰ ਗੁਰਬਾਣੀ ਸਾਨੂੰ ਜੀਵਨ ਹੋਰ ਦਿੰਦੀ ਹੈ। ਇਹਦਾ ਮਤਲਬ ਹਜੇ ਫਰਕ ਹੈ। ਤੇ ਜਿੰਨਾ ਚਿਰ ਇਹ ਫਰਕ ਨਹੀਂ ਮਿਟਣਾ ਉਹਨਾਂ ਚਿਰ ਇੱਕ ਮਿੱਕ ਨਹੀਂ ਹੋਇਆ ਜਾਣਾ। ਇੱਕ ਮਿੱਕ ਹੋਣ ਵਾਸਤੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ। ਜਿਸ ਤਰ੍ਹਾਂ ਦੀ ਗੁਰਬਾਣੀ ਹੈ ਸਾਨੂੰ ਵੀ ਉਸੇ ਤਰ੍ਹਾਂ ਦਾ ਬਣਨਾ ਪੈਣਾ। ਜੋ ਗੁਰਬਾਣੀ ਵਿੱਚ ਗੁਣ ਦਿੱਤੇ ਆ ਉਹ ਸਾਰੇ ਗੁਣ ਗ੍ਰਹਿਣ ਕਰਨੇ ਪੈਣੇ ਆ। ਪਰ ਜੇ ਅਸੀਂ ਹਜੇ ਗੁਰਬਾਣੀ ਬਾਣੀ ਨਹੀਂ ਪਾ ਰਹੇ, ਗੁਰਬਾਣੀ ਵਰਗੇ ਗੁਣ ਜਿਹੜੇ ਅਸੀਂ ਗ੍ਰਹਿਣ ਹੀ ਨਹੀਂ ਕਰ ਪਾ ਰਹੇ ਹਾਂ, ਤੇ ਫਿਰ ਮੇਲ ਕਿੱਥੇ ਹੋਏਗਾ? ਜਾਂ ਫਿਰ ਗੁਰੂ ਸਾਹਿਬ ਆਪਣੇ ਚਰਨੀ ਕਿੱਦਾਂ ਲਾਉਣਗੇ ਸਾਨੂੰ? ਇਸ ਲਈ ਸਾਹਿਬ ਜੀ ਨੇ ਆਖਿਆ ਵੀ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਵਿੱਚ ਲੀਨ ਕਰਕੇ ਆਪਣਾ ਹੀ ਰੂਪ ਬਣਾ ਲਿਆ, ਉਹ ਧਨ ਨੇ, ਉਹ ਵਡਿਆਈ ਦੇ ਪਾਤਰ ਨੇ। ਹੁਣ ਉਹ ਪਰਮੇਸ਼ਵਰ ਜਿਹੜਾ ਸੀ ਇਹਨਾਂ ਦੇ ਆਪੇ ਹੀ ਆਪ ਮੋਹਿਓ ਕਿਵੇਂ ਮੋਹਿਆ ਗਿਆ? ਅੰਮ੍ਰਿਤ ਬਾਣੀ ਵਿੱਚ ਬਚਨ ਆਉਂਦੇ ਆ, ਨਾ ਤੂੰ ਆਵੈਂ ਵਸ ਬਹੁਤ ਘਿਣਾਵਣੇ। ਇਦਾਂ ਨਹੀਂ ਉਹਨੇ ਵਸ ਆਉਣਾ ਜਿੱਦਾਂ ਅਸੀਂ ਉਹਨੂੰ ਵਸ ਕਰਨ ਨੂੰ ਫਿਰਦੇ ਹਾਂ। ਜਿਵੇਂ ਅਸੀਂ ਪਰਮੇਸ਼ਵਰ ਕੋਲੋਂ ਸਾਰੀਆਂ ਬਖਸ਼ਿਸ਼ਾਂ ਲੈ ਕੇ ਉਹਦਾ ਮਿਲਾਪ ਹਾਸਲ ਕਰਨਾ ਚਾਹੁੰਦੇ ਹਾਂ, ਮਹਾਰਾਜ ਕਹਿੰਦੇ ਐਵੇਂ ਨਹੀਂ ਮਿਲਾਪ ਹੋਣਾ, ਤੂੰ ਜਿੰਨੇ ਮਰਜ਼ੀ ਯਤਨ ਕਰੀ ਜਾ। ਨਾ ਤੂੰ ਆਵੈਂ ਵਸ ਬਹੁਤ ਘਿਣਾਵਣੇ। ਘਿਣਾਵਣੇ ਦਾ ਅਰਥ ਤਰਲੇ ਲਿਆ, ਮਿੰਨਤਾਂ ਕੀਤੀਆਂ ਆਪਣੇ ਆਪਣੇ ਤਰੀਕੇ ਦੇ ਨਾਲ। ਜਾਂ ਇਸ ਤਰ੍ਹਾਂ ਵੀ ਕਹਿ ਦੇਵਾਂ, ਮੈਨੂੰ ਮਾਫ ਕਰਨਾ, ਜੇ ਅਸੀਂ ਗੁਰਬਾਣੀ ਮੁਤਾਬਕ ਜੀਵਨ ਨਹੀਂ ਬਣਾ ਰਹੇ ਹਾਂ ਤੇ ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿੱਧੇ ਲੰਮੇ ਪੈ ਜਾਓ, ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿੱਧਾ ਹੀ ਲੰਮੇ ਪੈ ਜਾਈਏ, ਸਿੱਧਾ ਹੀ ਆ ਕੇ ਲੰਮਾ ਪੈ ਕੇ ਡੰਡਵਤ ਕਰ ਦਈਏ, ਪਰ ਜੇ ਮਨ ਹੀ ਅੰਦਰੋਂ ਨਾ ਨਿਵਿਆ, ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕਸੁੱਧ ਹੈ ਜਾਏ। ਜੇ ਅੰਦਰ ਮਨ ਦੇ ਅਵਸਥਾ ਦੇ ਵਿੱਚ ਹੀ ਨਿਵਾਉਣ ਵਧੀ ਅਵਸਥਾ ਨਾ ਆਈ ਤੇ ਬਾਹਰੋਂ ਸਿਰ ਸੇ ਜਿਹੜਾ ਸੀਸ ਹੈ ਇਹ ਨਿਵਾ ਕੇ ਕੀ ਹੋਏਗਾ? ਕਹਿੰਦੇ ਐਵੇਂ ਨਹੀਂ ਉਹਨੇ ਵਸ ਆਉਣਾ।
ਨਾ ਤੂੰ ਆਵਹਿ ਵਸ ਭੇਦ ਪੜਾਵਣੈ। ਅਸੀਂ ਆਪਣੇ ਵੱਲੋਂ ਜਿੰਨਾ ਮਰਜ਼ੀ ਪੜ੍ਹੀ ਜਾਈਏ ਪਰ ਪੜ੍ਹ ਹੀ ਰਹੇ ਹਾਂ। ਪੜ੍ਹ ਕੇ ਸਿਰਫ ਹੰਕਾਰ ਦਾ ਬੋਝ ਹੀ ਆਪਾਂ ਅੰਦਰ ਵਧਾ ਰਹੇ ਹਾਂ। ਪੜ੍ਹ ਕੇ ਉਹ ਜੋ ਗੁਰਬਾਣੀ ਕਹਿ ਰਹੀ ਹੈ ਉਸ ਮੁਤਾਬਕ ਜੀਵਨ ਨਹੀਂ ਬਣਾ ਪਾ ਰਹੇ। ਇਸ ਲਈ ਪੜ੍ਹ ਗੱਡੀ ਲੱਦੀ ਹੈ। ਮਹਾਰਾਜ ਕਹਿੰਦੇ ਐਵੇਂ ਨਹੀਂ ਵਸ ਆਉਣਾ। ਨਾ ਤੂੰ ਆਵੈ ਵਸ ਤੀਰਥ ਨਹਾਈ ਹੈ। ਜਿਹੜੇ ਤੀਰਥਾਂ ਤੇ ਅਸੀਂ ਨਹਾਉਂਦੇ ਹਾਂ ਐਵੇਂ ਥੋੜ੍ਹੀ ਰੱਬ ਨੇ ਵਸ ਆਉਣਾ। ਇਸ ਤਰ੍ਹਾਂ ਥੋੜ੍ਹੀ ਉਹਨੇ ਸਾਡਾ ਜੀਵਨ ਵੇਖ ਕੇ ਮੋਹਿਆ ਜਾਣਾ। ਇਸ ਤਰ੍ਹਾਂ ਨਹੀਂ। ਉਹ ਤੀਰਥ ਤੇ ਨਹਾਓ ਜਿਸ ਤੀਰਥ ਤੇ ਨਹਾਤਿਆਂ ਉਹ ਸਾਡੀ ਜੀਵਨ ਵਿੱਚ ਉਹਦੀ ਬਖਸ਼ਿਸ਼ ਹੋ ਜਾਏ, ਭਾਵ ਉਹ ਸਾਡੇ ਵੱਸ ਵਿੱਚ ਆ ਜਾਏ, ਜਾਂ ਅਸੀਂ ਆਪਣਾ ਜੀਵਨ ਉਸ ਤਰ੍ਹਾਂ ਦਾ ਬਣਾ ਸਕੀਏ। ਸਾਨੂੰ ਉਹ ਤੀਰਥ ਤੇ ਨਹਾਉਣਾ ਪੈਣਾ ਜਿਸ ਤੀਰਥ ਤੇ ਨਹਾਤਿਆਂ ਉਹਦਾ ਮਿਲਾਪ ਹੋਣਾ ਹੈ। ਜਿਹੜੇ ਤੀਰਥਾਂ ਤੇ ਅਸੀਂ ਨਹਾ ਰਹੇ ਹਾਂ ਸਰੀਰ ਕਰਕੇ, ਅਸੀਂ ਇੱਕ ਨਹੀਂ 20 ਨਹੀਂ 50 100 ਵਾਰ ਅਸੀਂ ਉਹਦੇ ਤੇ ਨਹਾ ਲਈਏ, ਪਰ ਸੱਚ ਤਾਂ ਇਹੀ ਰਹਿਣਾ। ਨਾ ਤੂੰ ਆਵੈ ਵਸ ਤੀਰਥ ਨਹਾਈਐ। ਨਾ ਤੂੰ ਆਵੈ ਵਸ ਧਰਤੀ ਧਾਈਐ। ਧਰਤੀ ਦਾ ਭਰਮਣ ਕਰ ਲਓ। 9 ਖੰਡ ਪ੍ਰਿਥਵੀ ਤਾਂ ਪੂਰਾ ਚੱਕਰ ਤੁਸੀਂ ਲਾ ਕੇ ਆ ਜਾਓ, ਪੂਰੀ ਧਰਤੀ ਤੇ ਘੁੰਮ ਫਿਰ ਕੇ ਆ ਜਾਓ, ਐਵੇਂ ਵੀ ਉਹਨੇ ਵਸ ਨਹੀਂ ਆਉਣਾ। ਅਸੀਂ ਭਾਵੇਂ ਸਾਰੀ ਦੁਨੀਆ ਦਾ ਚੱਕਰ ਲਾ ਕੇ ਵੀ ਆ ਜਾਈਏ, ਉਹ ਇਸ ਤਰ੍ਹਾਂ ਵਸ ਨਹੀਂ। ਸਾਨੂੰ ਉਹ ਕਰਮ ਕਰਨਾ ਪੈਣਾ ਜਿਹਦੇ ਨਾਲ ਉਹ ਸਾਡੇ ਵਸ, ਭਾਵ ਕਿ ਉਹਦੇ ਵਿੱਚ ਤੇ ਸਾਡੇ ਵਿੱਚ ਕੋਈ ਮਤ ਭੇਦ ਰਹਿ ਹੀ ਨਾ ਜਾਏ, ਇੱਕ ਮਿੱਕ ਹੋ ਜਾਏ ਜੀਵਨ। ਜਿਸ ਤਰ੍ਹਾਂ ਨਦੀਆਂ ਚੱਲ ਰਹੀਆਂ ਨੇ ਸਮੁੰਦਰ ਵਿੱਚ ਜਾ ਕੇ ਸਮੁੰਦਰ ਹੋ ਜਾਂਦੀਆਂ ਨੇ, ਅਸੀਂ ਗੁਰਬਾਣੀ ਦੇ ਨਾਲ ਚੱਲ ਰਹੇ ਹਾਂ। ਗੁਰਬਾਣੀ ਵਰਗਾ ਰੂਪ ਜੀਵਨ ਬਣਾ ਕੇ ਨਿਰੰਕਾਰ ਵਿੱਚ ਲੀਨ ਹੋਣਾ ਹੈ। ਅਸੀਂ ਆਪਣੀ ਹੋਂਦ ਆਪਣੀ ਹਸਤੀ ਨੂੰ ਮਿਟਾਉਣਾ ਹੈ। ਇੱਥੇ ਆ ਕੇ ਇੱਥੇ ਅਸੀਂ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ। ਇਸ ਲਈ ਮਹਾਰਾਜ ਕਹਿੰਦੇ ਨਾ ਤੂੰ ਆਵੈ ਵਸ ਧਰਤੀ ਧਾਈਐ। ਨਾ ਤੂੰ ਆਵੈ ਵਸ ਕਿਤੈ ਸਿਆਣਪੈ। ਕਿਸੇ ਸਿਆਣਪ ਨਾਲ ਵੀ ਉਹਨੇ ਵਸ ਨਹੀਂ ਜੇ ਆਉਣਾ। ਉਤੇ ਮਹਾਰਾਜ ਨੇ ਸਮਝਾਈ ਦਿੱਤਾ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਕ ਨਹੀਂ ਲੱਖਾਂ ਸਿਆਣਪਾਂ ਵੀ ਅਸੀਂ ਲੈ ਕੇ ਤੁਰੀਏ ਤੇ ਤਾਂ ਵੀ ਉਹਦਾ ਮੇਲ ਨਹੀਂ ਹੋਣਾ ਸਾਡੇ ਨਾਲ। ਨਾ ਤੂੰ ਆਵੈ ਵਸ ਕਿਤੈ ਸਿਆਣਪੈ। ਕਿਸੇ ਵੀ ਸਿਆਣਪ ਨਾਲ ਉਹਨੇ ਵਸ ਵਿੱਚ ਨਹੀਂ ਜੇ ਆਉਣਾ, ਭਾਵ ਉਹਦਾ ਮਿਲਣ ਨਹੀਂ ਹੋਣਾ, ਉਹਦਾ ਮੇਲ ਨਹੀਂ ਹੋਣਾ, ਉਹਦੀ ਬਖਸ਼ਿਸ਼ ਨਹੀਂ ਹੋਣੀ। ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਅਸੀਂ ਆਪਣੇ ਆਪਣੇ ਤਰੀਕੇ ਨਾਲ ਦਾਨ ਦੇ ਰਹੇ ਹਾਂ, ਪਰ ਦਾਨ ਕਿਹੜਾ ਦੇਣਾ ਸੀ ਉਹ ਤੇ ਪੁੱਛਣਾ ਸੀ ਗੁਰੂ ਨੂੰ। ਪਰ ਅਸੀਂ ਗੁਰੂ ਸਾਹਿਬ ਨੂੰ ਨਹੀਂ ਪੁੱਛਿਆ, ਅਸੀਂ ਤੇ ਪੁੱਛਿਆ ਜਿਹੜੇ ਜੋਤਸ਼ੀ ਸੀ, ਜਿਹੜੇ ਹੋਰ ਸਿਆਣੇ ਜਿਹੜੇ ਆਪਣੇ ਲੋਕ ਬੈਠੇ ਨੇ ਸਿਆਣਾ ਬਣ ਕੇ, ਅਸੀਂ ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਆਖਿਆ ਤੂੰ ਇਦਾਂ ਕਰ, ਸੋਮਵਾਰ ਫਲਾਣੀ ਥਾਂ ਤੇ ਦਾਨ ਕਰਿਆ, ਮੰਗਲਵਾਰ ਫਲਾਣੀ ਥਾਂ ਤੇ ਕਰਿਆ, ਸ਼ੁੱਕਰਵਾਰ ਵੀਰਵਾਰ ਬੁੱਧਵਾਰ ਸ਼ਨੀਵਾਰ, ਇਹ ਜਿਹੜੇ ਸੱਤੇ ਦੇ ਸੱਤੇ ਵਾਰ ਨੇ, ਫਲਾਣੀ ਥਾਂ ਉੱਤੇ ਤੂੰ ਆ ਦਾਨ ਜਿਹੜਾ ਉਹ ਤੂੰ ਕਰਿਆ। ਤੇ ਬੜੀ ਵਾਰ ਹੱਥ ਜੋੜ ਬੇਨਤੀ ਕੀਤੀ ਔਰ ਕਰਦੇ ਵੀ ਰਹਿਣਾ ਹੈ। ਸਾਨੂੰ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇੰਨੇ ਗੁਟਕਾ ਸਾਹਿਬ ਬਾਣੀ ਦੇ ਲੈ ਕੇ ਉਹ ਵੀ ਦਾਨ ਕਰਿਆ। ਅਸੀਂ ਤੇ ਬਾਣੀ ਵੀ ਦਾਨ ਕਰਨ ਲੱਗ ਪਏ, ਪਰ ਇਹ ਸੋਚਿਆ ਹੀ ਨਹੀਂ ਵੀ ਕਿਹਨਾਂ ਦੇ ਗੱਲਾਂ ਵਿੱਚ ਆ ਕੇ ਅਸੀਂ ਕਿਹੜਾ ਰੂਪ ਧਾਰ ਲਿਆ। ਐਵੇਂ ਤੇ ਨਹੀਂ ਮਾਲਕ ਦੀ ਬਖਸ਼ਿਸ਼ ਮਿਲਣੀ। ਗੁਰਬਾਣੀ ਨੂੰ ਪੜ੍ਹ ਸੁਣ ਵਿਚਾਰ ਕੇ ਬਖਸ਼ਿਸ਼ ਹੋਣੀ ਸੀ, ਪਰ ਸਾਨੂੰ ਰਾਹ ਹੋਰ ਪਾ ਦਿੱਤਾ। ਮਹਾਰਾਜ ਨੇ ਆਖਿਆ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਕਿਹੜਾ ਦਾਨ ਦੇਣਾ ਸੀ ਉਹ ਗੁਰੂ ਸਾਹਿਬ ਨੂੰ ਪੁੱਛਦੇ। ਕਿਹੜੇ ਤੀਰਥ ਤੇ ਨਹਾਉਣਾ ਸੀ ਗੁਰੂ ਸਾਹਿਬ ਨੂੰ ਪੁੱਛਦੇ। ਉਹਨੇ ਕਿਵੇਂ ਵਸ ਵਿੱਚ ਆਉਣਾ ਸੀ, ਉਹਦਾ ਮੇਲ ਕਿਵੇਂ ਹੋਣਾ ਸੀ, ਇਹ ਗੁਰੂ ਸਾਹਿਬ ਨੂੰ ਪੁੱਛਣਾ ਸੀ। ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਹੈ।
ਕਿਹੜੇ ਤੀਰਥ ਤੇ ਨਹਾਓ, ਕਿਵੇਂ ਉਹਨੇ ਤੁਹਾਡੇ ਵੱਸ ਆਉਣਾ, ਕਿਵੇਂ ਉਹਦਾ ਮਿਲਾਪ ਹੋਏਗਾ, ਕਿਹੜੇ ਰਸਤੇ ਤੁਰਨਾ, ਕਿਹੜਾ ਕਰਮ ਕਰਨਾ, ਕਿੱਦਾਂ ਦੀ ਸੋਚ ਰੱਖਣੀ ਹੈ, ਜਾਂ ਜਿਹਦੇ ਨਾਲ ਉਹਦਾ ਮੇਲ ਹੋਣਾ ਹੈ। ਤੇ ਗੁਰੂ ਸਾਹਿਬ ਨੇ ਕਰਨਾ ਕੀ, ਇਹੀ ਤੇ ਕਰਨਾ ਹੈ। ਗੁਰਬਾਣੀ ਕੀ ਕਰਦੀ ਹੈ? ਗੁਰਬਾਣੀ ਇਹੀ ਤਾਂ ਕਰਦੀ ਹੈ ਵੀ ਸਾਨੂੰ ਉਸ ਤਰ੍ਹਾਂ ਸਾਡੀ ਤਿਆਰੀ ਕਰਾਉਂਦੀ ਹੈ। ਜਿਵੇਂ ਕਿਸੇ ਦਾ ਐਗਜ਼ਾਮ ਹੋਵੇ ਨਾ, ਫਾਈਨਲ ਪੇਪਰ ਹੋਵੇ, ਤੇ ਉਹਦੀ ਤਿਆਰੀ ਕਰਾਈ ਜਾਂਦੀ ਹੈ ਤਾਂ ਕਿ ਉੱਥੇ ਫੇਲ ਨਾ ਹੋ ਜਾਏ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਤੂੰ ਤਿਆਰੀ ਕਰਕੇ ਚੱਲ, ਪਰਮੇਸ਼ਵਰ ਦਾ ਮਿਲਾਪ ਕਿਵੇਂ ਨਹੀਂ ਹੋਏਗਾ? ਪਰ ਤਿਆਰੀ ਨਹੀਂ ਨਾ ਕਰ ਰਹੇ। ਬਾਣੀ ਤਾਂ ਪੜ੍ਹ ਰਹੇ ਹਾਂ ਪਰ ਤਿਆਰੀ ਨਹੀਂ ਕਰ ਰਹੇ ਅਸੀਂ। ਜਿਸ ਤਰ੍ਹਾਂ ਦਾ ਗੁਰਬਾਣੀ ਜੀਵਨ ਕਹਿੰਦੀ ਹੈ ਉਸ ਤਰ੍ਹਾਂ ਦਾ ਬਣਾ ਨਹੀਂ ਰਹੇ ਹਾਂ ਅਸੀਂ। ਜਿਸ ਦਿਨ ਗੁਰਬਾਣੀ ਦੇ ਰੂਪ ਵਿੱਚ ਅਸੀਂ ਆਪਣੇ ਅੰਦਰ ਦਾ ਜੀਵਨ ਬਣਾ ਲਾਂਗੇ, ਉਸ ਦਿਨ ਫਿਰ ਪਰਮੇਸ਼ਵਰ ਦਾ ਮਿਲਾਪ ਆਪੇ ਹੀ ਹੋ ਜਾਣਾ। ਇਸ ਲਈ ਮਹਾਰਾਜ ਕਹਿੰਦੇ ਨੇ ਤੂੰ ਦਾਨ ਕਰਨਾ ਸੀ, ਹਰਿ ਕਾ ਨਾਮ ਧਿਆਏ, ਸੁਣ ਸਭਨਾ ਨੂੰ ਕਰ ਦਾਨ। ਤੂੰ ਤੇ ਆਪ ਵੀ ਜੁੜਨਾ ਸੀ, ਹੋਰਨਾਂ ਨੂੰ ਵੀ ਜੋੜਨਾ ਸੀ। ਤੂੰ ਆਪ ਵੀ ਸੰਗਤ ਕਰਨੀ ਸੀ, ਹੋਰਾਂ ਨੂੰ ਵੀ ਕਹਿਣਾ ਸੀ ਸੰਗਤ ਕਰਿਆ ਕਰੋ, ਬਾਣੀ ਪੜਿਆ ਕਰੋ, ਨਿਤਨੇਮੀ ਬਣੋ, ਅੰਮ੍ਰਿਤ ਵੇਲਾ ਸੰਭਾਲੋ। ਪਰ ਸਾਹਿਬ ਜੀ ਕਹਿੰਦੇ ਆ ਤੂੰ ਆਪ ਹੀ ਹੋਰ ਦਾਨ ਦੇ ਚੱਕਰ 'ਚ ਪੈ ਗਿਆ। ਤੇ ਜਿਹੜਾ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀ, ਐਤਵਾਰ ਦੇ ਬਾਹਰ ਦੇ ਵੱਖ-ਵੱਖ ਦਾਨ ਦੇ ਚੱਕਰ 'ਚ ਪੈ ਗਿਆ, ਉਹ ਤੁਹਾਨੂੰ ਕਹੇਗਾ ਹਰਿ ਕਾ ਨਾਮ ਧਿਆਏ, ਸੁਣ ਸਭਨਾ ਨੂੰ ਕਰ ਦਾਨ। ਵੀ ਤੂੰ ਆਹ ਵਾਲਾ ਦਾਨ ਜਿਹੜਾ ਹੈ ਉਹ ਨਿਤ ਕਰਿਆ ਕਰ, ਇਹਦੇ ਨਾਲ ਤੈਨੂੰ ਬੜਾ ਲਾਭ ਹੋਏਗਾ। ਜਿਹੜਾ ਤੀਰਥ, ਜਿਹੜਾ ਤੁਸੀਂ ਦਰਿਆਵਾਂ ਤੇ ਦਾਨ ਕਰਕੇ ਆਉਂਦੇ ਹੋ, ਜਨਮ ਕਰਮ ਮਲ ਉਤਰੈ ਮਨ ਤੇ ਜਾਏ, ਗੁਮਾਨ ਵਾਲੀ ਖੇਡ ਬਣਦੀ ਹੈ ਉੱਥੇ? ਨਹੀਂ ਬਣਦੀ। ਜਿਹੜੇ ਅਸੀਂ ਜਿੱਦਾਂ ਕਿਸੇ ਨੇ ਆਖਿਆ ਅਸੀਂ ਉਸ ਥਾਂ ਉੱਤੇ ਆ ਕਰਮ ਕਰਨ ਜਾਂਦੇ ਹਾਂ, ਪਰ ਜਨਮ ਕਰਮ ਮਲ ਉਤਰੈ ਵਾਲੀ ਖੇਡ ਬਣਦੀ ਹੈ? ਨਹੀਂ ਬਣਦੀ। ਮਹਾਰਾਜ ਕਹਿੰਦੇ ਫਿਰ ਉਹ ਦਾਨ ਕਰ ਜਿਹਦੇ ਨਾਲ ਜਨਮ ਕਰਮ ਮਲ ਉਤਰੈ, ਤੇਰੇ ਜਨਮ ਦੇ ਕੀਤੇ ਹੋਏ ਕਰਮ ਦੀ ਮਲ ਉਤਰ ਜਾਏ ਤੇ ਤੇਰੇ ਅੰਦਰੋਂ ਗੁਮਾਨ ਵੀ ਨਿਕਲ ਜਾਏ। ਤੇਰਾ ਗੁਮਾਨ ਜਦੋਂ ਨਿਕਲ ਜਾਏਗਾ ਫਿਰ ਆਪੇ ਹੀ ਮਿਲਣ, ਆਪੇ ਹੀ ਮਿਲਾਪ ਹੋ ਜਾਏਗਾ। ਅਸੀਂ ਸਿਰਫ ਅੰਦਰ ਕੂੜ ਦੀ ਦੀਵਾਰ ਨੂੰ ਤੋੜਨਾ ਹੈ। ਅਸੀਂ ਕੇਵਲ ਕੂੜ ਦਾ ਪਰਦਾ ਜਿਹੜਾ ਇਹ ਚੁੱਕਣਾ। ਹੁਣ ਇਹ ਨਾ ਸਾਡੇ ਕੋਲੋਂ ਪਰਦਾ ਚੁੱਕਿਆ ਜਾਂਦਾ ਹੈ, ਨਾ ਦੀਵਾਰ ਟੁੱਟਦੀ ਹੈ। ਇਹਦੇ ਲਈ ਤੇ ਅਸੀਂ ਗੁਰੂ ਦਰ ਤੇ ਆ ਕੇ ਸੰਗਤ ਵਿੱਚ ਜੁੜਨਾ ਸੀ, ਕਿਉਂਕਿ ਇਹ ਖੇਡ ਗੁਰੂ ਰਾਹੀਂ ਹੀ ਬਣਨੀ ਹੈ। ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਤੂੰ ਤੇ ਭਗਤਾਂ ਦੇ ਵਸ ਹੈ, ਕਿਉਂਕਿ ਭਗਤਾਂ ਦੇ ਕੋਲ ਭਰਮ ਨਹੀਂ ਹੁੰਦਾ, ਭਗਤਾਂ ਕੋਲ ਅਗਿਆਨਤਾ ਨਹੀਂ ਹੁੰਦੀ, ਭਗਤਾਂ ਕੋਲ ਕਰਮ ਕਾਂਡ ਨਹੀਂ ਹੁੰਦਾ, ਭਗਤਾਂ ਦੇ ਕੋਲ ਵਹਿਮ ਭਰਮ ਨਹੀਂ ਹੁੰਦਾ, ਭਗਤਾਂ ਦੇ ਕੋਲ ਦੁਬਿਧਾ ਨਹੀਂ ਹੁੰਦੀ, ਭਗਤਾਂ ਦੇ ਜੀਵਨ ਵਿੱਚ ਦੁਚਿੱਤਾਪਨ ਨਹੀਂ ਹੁੰਦਾ, ਦਵੈਸ਼ ਭਾਵਨਾ ਨਹੀਂ ਹੁੰਦੀ। ਭਗਤ ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ, ਤੂੰ ਉਹਨਾਂ ਦੇ ਵਸ। ਸਾਰੀ ਦੁਨੀਆ ਤੇਰੇ ਵਸ ਵਿੱਚ ਹੈ। ਸਾਰਾ ਸੰਸਾਰ ਪੂਰੇ ਦਾ ਪੂਰਾ ਬ੍ਰਹਿਮੰਡ ਹੀ ਤੇਰੇ ਵਸ ਵਿੱਚ ਹੈ। ਸਭ ਕੋ ਤੇਰੇ ਵਸ, ਕਿਉਂਕਿ ਤੂੰ ਅਗੰਮ ਹੈ, ਅਗੋਚਰ ਹੈ। ਸਾਡੇ ਗਿਆਨ ਇੰਦਰੀਆਂ ਦੀ ਪਕੜ ਉੱਥੇ ਤੱਕ ਨਹੀਂ ਹੈ ਜਿੱਥੇ ਤੱਕ ਤੂੰ ਹੈ। ਅਗੋਚਰ, ਜਿੱਥੇ ਤੱਕ ਸਾਡੇ ਗਿਆਨ ਇੰਦਰੇ ਪਹੁੰਚ ਵੀ ਨਹੀਂ ਸਕਦੇ। ਤੂੰ ਅਥਾਹ ਹੈ, ਤੇਰਾ ਅੰਤ ਵੀ ਕੋਈ ਨਹੀਂ ਹੈ। ਸਾਰਾ ਸੰਸਾਰ ਤੇਰੇ ਵਸ ਵਿੱਚ ਹੈ, ਪਰ ਤੂੰ ਭਗਤਾਂ ਕੇ ਵਸ। ਕਿਉਂ? ਕਿਉਂਕਿ ਉਹਨਾਂ ਕੋਲ ਪ੍ਰੇਮਾ ਭਗਤੀ ਹੈ, ਉਹਨਾਂ ਕੋਲ ਦੁਬਿਧਾ ਨਹੀਂ, ਦਵੈਤ ਭਾਵਨਾ ਨਹੀਂ, ਉਹਨਾਂ ਕੋਲ ਪ੍ਰੇਮ ਹੀ ਪ੍ਰੇਮ ਹੈ, ਉਹਨਾਂ ਦੇ ਕੋਲ ਹੰਕਾਰ ਨਹੀਂ। ਉਹ ਅਥਾਹ ਪ੍ਰੇਮ ਦੇ ਨਾਲ ਭਰੇ ਹੋਏ ਨੇ ਉਹਨਾਂ ਦਾ ਜੀਵਨ। ਕਿਉਂਕਿ ਸੱਚ ਤਾਂ ਇਹੀ ਹੈ, ਜਿੰਨੇ ਮਰਜ਼ੀ ਉਪਾਅ ਆਪਾਂ ਕਰ ਲਈਏ, ਜਿੰਨੇ ਮਰਜ਼ੀ ਤੀਰਥਾਂ ਤੇ ਨਹਾ ਲਈਏ, ਧਰਤੀ ਦਾ ਭਰਮਣ ਕਰ ਲਈਏ, ਬਾਹਰੋਂ ਦਾਨ ਕਰ ਲਈਏ, ਸੱਚ ਤਾਂ ਇਹ ਹੈ ਕਿ ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ।
ਹੁਣ ਗੁਰਬਾਣੀ ਨਾਲ ਸਾਡਾ ਪਿਆਰ ਕਿੰਨਾ ਕੁ ਹੈ? ਪਾਠ ਤੇ ਹੋ ਰਿਹਾ ਹੈ, ਮੁਬਾਰਕ ਹੈ। ਨਿਤਨੇਮ ਵੀ ਹੋ ਰਿਹਾ ਹੈ, ਮੁਬਾਰਕ ਹੈ। ਬਾਣੀ ਸੁਣ ਵੀ ਰਹੇ ਹਾਂ, ਮੁਬਾਰਕ ਹੈ। ਕਥਾ ਕੀਰਤਨ ਵੀ ਹੋ ਰਿਹਾ ਹੈ, ਮੁਬਾਰਕ ਹੈ। ਪਰ ਦੇਖਣਾ ਤੇ ਹੈ ਵੀ ਸਾਡਾ ਗੁਰਬਾਣੀ ਨਾਲ ਪਿਆਰ ਕਿੰਨਾ ਕੁ ਹੈ। ਗੱਲ ਤੇ ਪਿਆਰ ਦੀ ਹੈ। ਤੁਸੀਂ ਮਾਂ-ਬਾਪ ਨੂੰ ਕਹੋ, ਵੀ ਮਾਤਾ ਪਿਤਾ ਨੂੰ ਕਹੋ ਕਿ ਮੈਂ ਤੁਹਾਨੂੰ 5000 ਦਾ ਜਿਹੜਾ ਸੂਟ ਲਿਆ ਕੇ ਤੁਹਾਨੂੰ ਦੇ ਦਿੰਦਾ, ਤੇ ਮਾਂ-ਬਾਪ ਪਤਾ ਕੀ ਆਖਣਗੇ? ਉਹ ਕਹਿਣਗੇ, ਪੁੱਤਰ 5000 ਦਾ ਸੂਟ ਨਹੀਂ, ਮੈਨੂੰ ਤੇਰਾ ਪਿਆਰ ਚਾਹੀਦਾ ਹੈ। ਮੈਂ ਤੇਰੇ ਸੂਟ ਨੂੰ ਕੀ ਕਰਨਾ ਜੇ ਤੂੰ ਮੈਨੂੰ ਪਿਆਰ ਹੀ ਕੋਈ ਨਹੀਂ ਕਰਦਾ? ਮੈਂ ਤੇਰੇ ਸੂਟ ਨੂੰ ਕੀ ਕਰਾਂਗਾ ਜੇ ਬੱਚੇ ਮਾਪਿਆਂ ਨੂੰ ਪਿਆਰ ਹੀ ਕੋਈ ਨਹੀਂ ਕਰਦੇ? ਤੇ ਉਹ ਕਹਿੰਦੇ ਫਿਰ ਅਸੀਂ ਕੀ ਕਰਨਾ ਇਹਨਾਂ ਹਜ਼ਾਰਾਂ ਦੇ ਸੂਟ ਨੂੰ? ਇਸ ਲਈ ਗੁਰਬਾਣੀ ਨਾਲ ਪਿਆਰ ਪਾਈਏ ਆਪਾਂ, ਕਿਉਂਕਿ ਗੁਰਬਾਣੀ ਨਾਲ ਪਿਆਰ ਪਾਓਗੇ ਬਖਸ਼ਿਸ਼ਾਂ ਤਾਂ ਮਿਲਣੀਆਂ ਨੇ। ਗੁਰਬਾਣੀ ਨਾਲ ਪ੍ਰੀਤ ਪਾਈਏ, ਗੁਰਬਾਣੀ ਨਾਲ ਪ੍ਰੇਮ ਪਾਈਏ, ਫਿਰ ਗੁਰਬਾਣੀ ਪੜ੍ਹ ਕੇ ਅੰਦਰੋਂ ਮੈਂ ਦੀ ਆਵਾਜ਼ ਨਹੀਂ ਆਏਗੀ। ਜੇ ਗੁਰਬਾਣੀ ਪੜ੍ਹ ਕੇ ਮੈਂ ਦੀ ਆਵਾਜ਼ ਆ ਰਹੀ ਹੈ, ਇਹਦਾ ਮਤਲਬ ਪੜ੍ਹ ਹੀ ਰਹੇ ਹਾਂ ਪਰ ਪ੍ਰੇਮ ਕੋਈ ਨਹੀਂ ਸਾਡਾ ਗੁਰਬਾਣੀ ਨਾਲ, ਪਿਆਰ ਕੋਈ ਨਹੀਂ ਸਾਡਾ ਗੁਰਬਾਣੀ ਦੇ ਨਾਲ, ਕਿਉਂਕਿ ਆਵਾਜ਼ਾਂ ਤੇ ਹਜੇ ਵੀ ਮੈਂ ਦੀਆਂ ਹੀ ਆ ਰਹੀਆਂ ਨੇ। ਪਰ ਗੁਰਬਾਣੀ ਨਾਲ ਜਿਹਦਾ ਪਿਆਰ ਬਣ ਗਿਆ, ਉਹਦੇ ਅੰਦਰੋਂ ਮੈਂ ਦੀਆਂ ਆਵਾਜ਼ਾਂ ਤੇ ਆਉਂਦੀਆਂ ਹੀ ਨਹੀਂ। ਉੱਥੇ ਤੇ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਦੀ ਆਵਾਜ਼ ਆਉਂਦੀ ਹੈ। ਬਸ ਇੱਥੇ ਹੀ ਆਪਾਂ ਆਪਣੇ ਜੀਵਨ ਦਾ ਅੰਦਾਜ਼ਾ ਲਾ ਲਈਏ ਕਿ ਜੇ ਹਜੇ ਅੰਦਰੋਂ ਮੈਂ ਦੀ ਆਵਾਜ਼, ਇੰਨਾ ਪਾਠ ਕਰਕੇ, ਇੰਨੀ ਗੁਰਬਾਣੀ ਪੜ੍ਹ ਕੇ, ਇੰਨਾ ਗੁਰਬਾਣੀ ਸੁਣ ਕੇ ਵੀ ਅੰਦਰੋਂ ਹਉਮੈ ਦੀ ਆਵਾਜ਼ ਆ ਰਹੀ ਹੈ, ਇਹਦਾ ਮਤਲਬ ਹਜੇ ਗੁਰਬਾਣੀ ਨਾਲ ਪ੍ਰੇਮ ਨਹੀਂ ਬਣਿਆ ਸਾਡਾ। ਅਜੇ ਤੇ ਕਹਿ ਰਹੇ ਹਾਂ ਵੀ ਮਹਾਰਾਜ ਜੀ ਤੁਸੀਂ ਦੱਸੋ ਕਿੰਨੇ ਹਜ਼ਾਰਾਂ ਦਾ ਰੁਮਾਲਾ ਸਾਹਿਬ ਚਾਹੀਦਾ, ਅਸੀਂ ਲਿਆ ਦਿੰਦੇ ਹਾਂ। ਦੱਸੋ 50,000 ਦਾ ਚਾਹੀਦਾ, ਲੱਖ ਦਾ ਚਾਹੀਦਾ, ਲਿਆ ਦਿੰਦੇ ਹਾਂ। ਪਰ ਗੱਲ ਤੇ ਇਹ ਹੈ ਵੀ ਮਹਾਰਾਜ ਕਹਿੰਦੇ ਤੂੰ ਭਾਵੇਂ ਮੈਨੂੰ ਹਜ਼ਾਰਾਂ ਦਾ ਦੇ, ਲੱਖਾਂ ਦਾ ਦੇ, ਕਰੋੜਾਂ ਦਾ ਦੇ, ਪਰ ਗੱਲ ਹੈ ਵੀ ਤੂੰ ਗੁਰਬਾਣੀ ਨਾਲ ਪਿਆਰ ਪਾ। ਗੱਲ ਤੇ ਪ੍ਰੇਮ ਦੀ ਹੈ। ਗੁਰਬਾਣੀ ਦੇ ਨਾਲ ਸਾਡੀ ਪ੍ਰੀਤ ਹੋਣੀ ਚਾਹੀਦੀ। ਅਸੀਂ ਪਰਮੇਸ਼ਵਰ ਨਾਲ ਪ੍ਰੀਤ ਪਾਉਣੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ, ਅਵਰ ਸੰਗ ਤੋਰੀ, ਫਿਰ ਖੇਡ ਬਣਨੀ ਅਗਲੀ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਨੇ ਜੋ ਤੋ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੈ। ਜਿਨ੍ਹਾਂ ਨੂੰ ਤੁਸੀਂ ਆਪਣਾ ਕੀਤਾ ਉਹਨਾਂ ਨੂੰ ਆਪਣਾ ਮਿਲਾਪ ਦੇ ਦਿੱਤਾ। ਜਿਨ੍ਹਾਂ ਨੂੰ ਆਪਣਾ ਮਿਲਾਪ ਦਿੱਤਾ ਆਪੇ ਹੀ ਆਪ ਮੋਹਿਓ, ਆਪ ਹੀ ਉਹਨਾਂ ਦੇ ਪ੍ਰੇਮ ਵਿੱਚ ਮੋਹਿਆ ਗਿਆ, ਮਸਤ ਹੋ ਗਿਆ। ਆਪ ਹੀ ਉਹਨਾਂ ਦੇ ਵਿੱਚ ਲੀਨ ਹੋ ਕੇ, ਮਸਤ ਹੋ ਕੇ, ਜਸ ਨਾਨਕ ਆਪ ਸੁਣਿਓ ਹੈ, ਤੇ ਆਪ ਹੀ ਆਪਣਾ ਜਸ ਸੁਣਿਆ। ਫਿਰ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਉਹਦਾ ਜਸ ਸੁਣ ਰਿਹਾ, ਮੈਂ ਉਹਦਾ ਜਸ ਗਾ ਰਿਹਾ, ਮੈਂ ਉਹਦੀ ਬਾਣੀ ਪੜ੍ਹ ਰਿਹਾ, ਮੈਂ ਉਹਦੀ ਬਾਣੀ ਸੁਣ ਰਿਹਾ, ਮੈਂ ਇੰਨਾ ਪਾਠ ਕਰ ਰਿਹਾ, ਮੈਂ ਇੰਨਾ ਪਾਠ ਕਰ ਲਿਆ। ਫਿਰ ਮੈਂ ਤਾਂ ਖਤਮ ਹੀ ਹੋ ਜਾਂਦੀ ਹੈ ਉੱਥੇ। ਉੱਥੇ ਤੇ ਅੰਦਰ ਮੈਂ ਰਹਿੰਦੀ ਨਹੀਂ, ਕਿਉਂਕਿ ਉਹ ਆਪ ਹੀ ਸੁਣ ਰਿਹਾ, ਅੰਦਰੋਂ ਮਸਤ ਹੋ ਕੇ ਆਪ ਹੀ ਜਸ ਗਾ ਰਿਹਾ, ਆਪ ਹੀ ਸੁਣ ਰਿਹਾ। ਉੱਥੇ ਤਾਂ ਖੇਡ ਹੀ ਮੈਂ ਦੀ ਖਤਮ ਹੀ ਹੋ ਜਾਂਦੀ ਹੈ। ਇਸ ਲਈ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਦੱਖਣਾ ਰੂਪ ਵਿੱਚ, ਇਸ ਅੰਮ੍ਰਿਤਮਈ ਬਚਨਾਂ ਵਿੱਚ ਇਹ ਕਿਰਪਾ ਕਰ ਸਮਝਾਇਆ ਹੈ। ਸ਼ੰਤ ਪ੍ਰੇਮ ਠਗੌਰੀ ਪਾਏ, ਰਿਜਾਏ ਗੋਬਿੰਦ ਮਨ ਮੋਹਿਆ ਜਿਉ। ਸੰਤਨ ਕੈ ਪ੍ਰਸਾਦ ਅਗਾਧ, ਕੰਠੇ ਲਗ ਸੋਹਿਆ ਜਿਉ। ਹੁਣ ਉਹ ਗੱਲ ਜਿਹੜੀ ਪਹਿਲਾਂ ਆਪ ਜੀ ਨਾਲ ਸਾਂਝੀ ਕੀਤੀ ਹੈ, ਉਹਨੂੰ ਛੰਤ ਵਿੱਚ ਮਹਾਰਾਜ ਨੇ ਖੋਲ ਦਿੱਤਾ। ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸ਼ਲੋਕ ਪੜ੍ਹਦੇ ਆ ਨਾ, ਤੇ ਸ਼ਲੋਕ ਦਾ ਖੁਲਾਸਾ ਅਸ਼ਟਪਦੀ ਵਿੱਚ ਕੀਤਾ ਹੈ। ਇਸੇ ਤਰ੍ਹਾਂ ਜੋ ਦੱਖਣਾ ਹੈ, ਇਸ ਦੱਖਣਾ ਦੇ ਵਿੱਚ ਜੋ ਅੰਮ੍ਰਿਤ ਬਚਨ ਨੇ, ਇਹਦਾ ਖੁਲਾਸਾ ਮਹਾਰਾਜ ਨੇ ਛੰਤ ਵਿੱਚ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਸੀ ਆਪੇ ਹੀ ਆਪ ਮੋਹਿਓ, ਜਸ ਨਾਨਕ ਆਪ ਸੁਣਿਓ ਏ।
ਤੇ ਫਿਰ ਉਹਨੂੰ ਛੰਤ ਵਿੱਚ ਖੋਲਦੇ ਆ ਵੀ ਕਿਵੇਂ ਇਹ ਖੇਡ ਕਿਵੇਂ ਬਣ ਗਈ। ਕਹਿੰਦੇ ਨੇ ਪ੍ਰੇਮ ਠਗੌਰੀ ਪਾਏ ਰਿਝਾਏ। ਭਗਤ ਸਹਿਬਾਨ ਉਹਨਾਂ ਨੇ ਅੰਦਰ ਕਹਿੰਦੇ ਨੇ ਪ੍ਰੇਮ ਦੀ ਠੱਗ ਬੂਟੀ। ਠੱਗ ਬੂਟੀ ਦਾ ਅਰਥ ਉਹ ਬੂਟੀ ਜਿਹਨੂੰ ਸੁੰਘਾ ਦਿਓ ਤੇ ਬੰਦਾ ਠੱਗਿਆ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ, ਮਦਹੋਸ਼ ਹੋ ਜਾਂਦਾ ਹੈ। ਕਹਿੰਦੇ ਭਗਤ ਸਹਿਬਾਨਾਂ ਦੀ ਪ੍ਰੇਮਾ ਭਗਤੀ ਵੇਖ ਕੇ ਪਰਮੇਸ਼ਵਰ ਇੰਨਾ ਕੁ ਮੋਹਿਤ ਹੋ ਗਿਆ, ਬਸ ਕਿ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਦੀ ਖੇਡ ਬਣ ਗਈ ਹੈ। ਇਸੇ ਲਈ ਤੇ ਫਿਰ ਜਦੋਂ ਉਹਦੇ 'ਚ ਫਰਕ ਕੋਈ ਨਹੀਂ ਰਿਹਾ, ਫਿਰ ਜਦੋਂ ਭਗਤ ਨੂੰ ਕੋਈ ਚੋਟ ਪਹੁੰਚਦੀ ਹੈ ਤੇ ਫਿਰ ਉਹ ਕਿਉਂ ਆਪਣੇ ਭਗਤਾਂ ਦਾ ਸਹਾਈ ਹੁੰਦਾ ਹੈ? ਕਿਉਂਕਿ ਭਗਤ ਸਹਿਬਾਨ ਤੇ ਨਿਰੰਕਾਰ ਦੇ ਵਿੱਚ ਕੋਈ ਫਰਕ ਰਹਿ ਹੀ ਨਹੀਂ ਜਾਂਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ, ਮਹਾਰਾਜ ਤੁਹਾਨੂੰ ਭੁੱਖ ਕੋਈ ਨਹੀਂ ਲੱਗਦੀ? ਮੈਂ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਇਹ ਚੱਲ ਰਿਹਾ, ਵੱਖ-ਵੱਖ ਇਲਾਕਿਆਂ 'ਚ, ਮੁਲਕਾਂ ਵਿੱਚ, ਵੱਖ-ਵੱਖ ਕਸਬਿਆਂ ਵਿੱਚ, ਪਰ ਤੁਹਾਨੂੰ ਭੁੱਖ ਕਿਉਂ ਨਹੀਂ ਲੱਗਦੀ? ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ, ਜਦੋਂ ਤੂੰ ਰੱਜ ਜਾਂਦਾ ਤੇ ਮੈਂ ਵੀ ਰੱਜ ਜਾਂਦਾ। ਜਦੋਂ ਤੂੰ ਰੱਜ ਜਾਂਦਾ, ਕਿਉਂਕਿ ਮਾਂ ਦੇ ਸਾਹਮਣੇ ਜੇ ਬੱਚਾ ਰੱਜ ਗਿਆ ਤੇ ਮਾਂ ਆਪੇ ਹੀ ਰੱਜ ਜਾਂਦੀ ਹੈ। ਇਹ ਪ੍ਰੇਮ ਹੈ ਨਾ, ਮਾਂ ਤੇ ਪੁੱਤਰ ਦਾ ਪ੍ਰੇਮ ਹੈ। ਜੇ ਪੁੱਤਰ ਭੁੱਖਾ ਹੈ ਤੇ ਮਾਂ ਵੀ ਭੁੱਖੀ ਹੈ। ਜੇ ਪੁੱਤਰ ਰੱਜ ਗਿਆ ਤੇ ਮਾਂ ਕਹਿੰਦੀ ਬਸ ਮੈਂ ਵੀ ਰੱਜ ਗਈ ਹਾਂ। ਹਾਲਾਂਕਿ ਮਾਂ ਨੇ ਖਾਧਾ ਕੁਛ ਨਹੀਂ, ਪਰ ਉਹਦਾ ਪ੍ਰੇਮ ਐਸਾ ਹੁੰਦਾ ਹੈ ਬੱਚੇ ਦੇ ਪ੍ਰਤੀ। ਕਹਿੰਦੇ ਨੇ ਜੇ ਮੇਰਾ ਪੁੱਤਰ ਰੱਜ ਗਿਆ, ਮੇਰਾ ਧੀ ਪੁੱਤ ਰੱਜ ਗਿਆ ਤੇ ਮੈਂ ਵੀ ਰੱਜ ਗਈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਭਾਈ ਮਰਦਾਨਿਆ ਤੂੰ ਰੱਜ ਗਿਆ ਤੇ ਮੈਂ ਵੀ ਰੱਜ ਗਿਆ। ਇਸੇ ਤਰ੍ਹਾਂ ਕਹਿੰਦੇ ਆ ਵੀ ਜੇ ਭਗਤ ਵਿੱਚ ਇੰਨਾ ਪ੍ਰੇਮ ਹੈ, ਇੰਨਾ ਪ੍ਰੇਮ ਹੈ ਕਿ ਪਰਮੇਸ਼ਵਰ ਆਪਣੇ ਭਗਤਾਂ ਦਾ ਰਖਵਾਲਾ ਆਪ ਬਣ ਜਾਂਦਾ ਹੈ। ਕਹਿੰਦੇ ਜਦੋਂ ਕੋਈ ਭਗਤ ਨੂੰ ਚੋਟ ਦਿੰਦਾ ਤੇ ਉਹ ਚੋਟ ਨਿਰੰਕਾਰ ਨੂੰ ਲੱਗਦੀ ਹੈ। ਤਾਂ ਹੀ ਤੇ ਉਹ ਹਰ ਸਮੇਂ ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ। ਜੋ ਜੋ ਤੇਰੇ ਭਗਤ, ਉਹ ਤੇਰੇ ਭਗਤ ਨੇ, ਉਹ ਕਿਸੇ ਮੜੀ ਤੇ ਮਸਾਣ ਤੇ ਕਿਸੇ ਦੇਹਧਾਰੀ ਦੇ ਜਾਂ ਕਿਸੇ ਰੁੱਖ ਦੇ ਭਗਤ ਥੋੜੀ ਨੇ, ਉਹ ਤੇਰੇ ਭਗਤ ਨੇ। ਤੇ ਜਿਹੜੇ ਤੇਰੇ ਭਗਤ ਨੇ ਫਿਰ ਜਦੋਂ ਉਹਨਾਂ ਨੂੰ ਕੋਈ ਦੁੱਖ ਦਿੰਦਾ ਫਿਰ ਤਤਕਾਲ ਉਹਦਾ ਨਤੀਜਾ ਵੀ ਕੱਢ ਦਿੰਦਾ ਹੈ। ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ। ਇਸ ਲਈ ਕਹਿੰਦੇ ਆ ਵੀ ਭਗਤ ਕੀ ਸੀ ਉਸ ਭਗਤ ਵਿੱਚ? ਕਹਿੰਦੇ ਉਸ ਭਗਤ ਸੀ ਪ੍ਰੇਮ ਠਗੌਰੀ। ਉਹਦੇ ਕੋਲ ਉਹ ਠਗੌਰੀ, ਉਹ ਠੱਗ ਬੂਟੀ ਸੀ ਪ੍ਰੇਮ ਵਾਲੀ, ਲੁੱਟਣ ਵਾਲੀ ਨਹੀਂ ਸੀ। ਇੱਕ ਉਹ ਬੂਟੀ ਹੁੰਦੀ ਹੈ ਜਿਹਨੂੰ ਸੰਘਾ ਦਿਓ ਬੰਦਾ ਬੇਹੋਸ਼ ਹੋ ਜਾਂਦਾ ਹੈ, ਜਦੋਂ ਬੇਹੋਸ਼ ਹੋ ਜਾਏ ਤੇ ਸਭ ਕੁਝ ਲੁੱਟ ਕੇ ਲੈ ਜਾਓ। ਇਹ ਉਹ ਵਾਲੀ ਠੱਗ ਬੂਟੀ ਨਹੀਂ ਹੈ, ਇਹ ਪ੍ਰੇਮ ਦੀ ਠੱਗ ਬੂਟੀ ਹੈ। ਇਸ ਦੇ ਨਾਲ ਪਰਮੇਸ਼ਵਰ ਜਿਹੜਾ ਹੈ ਉਹ ਭਗਤਾਂ ਦੇ ਵਸ ਵਿੱਚ ਆ ਜਾਂਦਾ ਹੈ। ਇਸ ਲਈ ਕਹਿੰਦੇ ਆ ਪ੍ਰੇਮ ਠਗੌਰੀ ਪਾਏ ਰਿਝਾਏ। ਰਿਝਾਏ ਮੈਨੇ ਪ੍ਰਸੰਨ ਕਰਨਾ, ਉਹਨੂੰ ਰਿਝਾ ਲਿਆ। ਪ੍ਰੇਮ ਭਗਤਾਂ ਨੇ ਪ੍ਰੇਮ ਨਾਲ ਉਹਨੂੰ ਰਿਝਾਇਆ ਹੈ। ਅਸੀਂ ਉਹਨੂੰ ਧਨ ਨਾਲ ਰਿਝਾਉਣਾ, ਪ੍ਰਸੰਨ ਕਰਨਾ ਚਾਹੁੰਦੇ ਹਾਂ। ਅਸੀਂ ਮਾਲਕ ਨੂੰ ਬਾਹਰ ਦੇ ਧਨ ਪਦਾਰਥਾਂ ਨਾਲ ਖੁਸ਼ ਕਰਨਾ ਚਾਹੁੰਦੇ ਹਾਂ ਕਿ ਮਾਲਕ ਜੀ ਦੇਖੋ ਮੈਂ ਕਿੰਨੇ ਪਦਾਰਥ ਤੁਹਾਡੇ ਦਰ ਤੇ ਲੈ ਕੇ ਆਇਆ। ਕਿੰਨੀ ਵਾਰ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ, ਬਿਨਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਇਆ ਇੱਕ ਬੇਨਤੀ ਅਰਜ਼ੋਈ ਕਰਦੇ ਰਹਿਣਾ ਸਾਡਾ ਫਰਜ਼ ਹੈ ਕਿ ਕੇਵਲ ਤੇ ਕੇਵਲ, ਠੀਕ ਹੈ ਸਾਡੀ ਸ਼ਰਧਾ ਹੈ, ਭਾਵਨਾ ਹੈ, ਰੁਮਾਲਾ ਸਾਹਿਬ ਗੁਰੂ ਸਾਹਿਬ ਜੀ ਨੂੰ ਭੇਟ ਕਰਨਾ ਹੈ, ਪਰ ਇਸ ਤਰੀਕੇ ਦੇ ਨਾਲ ਵੀ ਨਾ ਹੋਵੇ ਕਿ ਉਹਦੀ ਬੇਕਦਰੀ ਹੋ ਜਾਏ। ਗੁਟਕਾ ਸਾਹਿਬ ਗੁਰਬਾਣੀ ਦੇ ਸਾਡੀ ਭਾਵਨਾ ਹੈ, ਪਰ ਇਸ ਤਰ੍ਹਾਂ ਦੀ ਨਾ ਹੋਵੇ ਕਿ ਉਹਦੀ ਬੇਕਦਰੀ ਹੋ ਜਾਏ। ਸਾਡੀ ਉਹ ਭਾਵਨਾ, ਸਾਡੀ ਉਹ ਸ਼ਰਧਾ ਕਿਤੇ ਬੇਕਦਰੀ ਜਾਂ ਬੇਅਦਬੀ ਦਾ ਕਾਰਨ ਨਾ ਬਣ ਜਾਏ। ਫਿਰ ਅਸੀਂ ਦੋਸ਼ ਦੂਜੇ ਉੱਤੇ ਮੜ ਦਿੰਦੇ ਹਾਂ। ਦੋਸ਼ ਤਾਂ ਸਾਡਾ ਆਪਾਂ ਵੀ ਤੇ ਕਸੂਰਵਾਰਾਂ ਵਿੱਚ। ਅਸੀਂ ਵੀ ਤੇ ਹਾਂ, ਸਾਨੂੰ ਤਾਂ ਪ੍ਰੇਮ ਪਾਉਣਾ ਸੀ ਗੁਰੂ ਗ੍ਰੰਥ ਸਾਹਿਬ ਨਾਲ। ਅਸੀਂ ਤੇ ਗੁਰੂ ਸਾਹਿਬ ਦੀ ਬਾਣੀ ਨਾਲ ਅਥਾਹ ਪ੍ਰੇਮ ਕਰਨਾ ਸੀ। ਸਾਡਾ ਫਰਜ਼ ਹੈ, ਕਿਉਂਕਿ ਇਹ ਰਾਜਾਨ ਰਾਜ ਨੇ,
ਇਹ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਜਿਹੜੇ ਪਾਲਕੀ 'ਚ ਸਵਾਰ ਹੋ ਕੇ ਆਉਂਦੇ ਆ ਤੇ ਪਾਲਕੀ 'ਚ ਸਵਾਰ ਹੋ ਕੇ ਜਾਂਦੇ ਆ। ਇਹ ਚਵਰ ਛਤਰ ਤਖਤਾਂ ਦੇ ਮਾਲਕ ਨੇ। ਤੇ ਮੇਰੇ ਸਤਿਗੁਰੂ ਜੀ ਨੂੰ ਸੋਹਣਾ ਪੀੜਾ ਵੀ ਚਾਹੀਦਾ ਹੈ, ਸੋਹਣੀ ਵਿਛਾਈ ਵੀ ਚਾਹੀਦੀ ਹੈ, ਸੋਹਣਾ ਰੁਮਾਲਾ ਸਾਹਿਬ ਵੀ ਚਾਹੀਦਾ ਹੈ, ਚਵਰ ਸਾਹਿਬ ਵੀ ਚਾਹੀਦਾ ਹੈ, ਸਤਕਾਰ ਵੀ ਚਾਹੀਦਾ ਹੈ, ਪਰ ਇਹਦੇ ਨਾਲ ਨਾਲ ਪਿਆਰ ਵੀ ਚਾਹੀਦਾ ਹੈ। ਪਿਆਰ ਵੀ ਸਾਡੇ ਅੰਦਰ ਹੋਣਾ ਚਾਹੀਦਾ ਹੈ। ਇਸ ਲਈ ਸਭ ਤੋਂ ਵੱਡੀ ਗੱਲ, ਜਿੱਥੇ ਪਿਆਰ ਆ ਗਿਆ ਉੱਥੇ ਸਤਿਕਾਰ ਆਪੇ ਹੀ ਆ ਜਾਣਾ। ਤੇ ਜਿੱਥੇ ਪਿਆਰ ਨਹੀਂ, ਕੇਵਲ ਸਤਿਕਾਰ, ਜਿਹੜੇ ਆਪਾਂ ਗੱਲ ਕਰਾਂਗੇ ਉਹ ਫਿਰ ਦਿਲੋਂ ਨਹੀਂ ਹੋਏਗਾ, ਉਹ ਬਾਹਰੋਂ ਦਿਖਾਵਾ ਬਣ ਕੇ ਰਹਿ ਜਾਏਗਾ। ਇਹ ਨਹੀਂ ਕਿ ਘਰ ਦੇ ਵਿੱਚ ਜਦੋਂ ਚਾਰ ਜੀ ਕੋਈ ਆਂਢ ਗਵੰਡ ਆਇਆ ਤੇ ਉਦੋਂ ਮਾਂ-ਬਾਪ ਦਾ ਹਾਲ ਪੁੱਛ ਲਿਆ, ਤੇ ਜਦੋਂ ਕੋਈ ਨਾ ਆਇਆ ਤੇ ਉਦੋਂ ਘਰ ਬੈਠੇ ਮਾਂ-ਬਾਪ ਦੀ ਬਾਤ ਹੀ ਨਹੀਂ ਪੁੱਛੀ, ਉਹ ਦਿਖਾਵਾ ਹੀ ਹੋ ਗਿਆ ਨਾ। ਫਿਰ ਇਹ ਦਿਖਾਵਾ ਹੈ। ਸਮਝਣ ਦਾ ਯਤਨ ਕਰਿਓ। ਜੋ ਗੁਰੂ ਅਰਜਨ ਦੇਵ ਜੀ ਸਮਝਾਉਣ ਦਾ ਯਤਨ ਕਰ ਰਹੇ ਆ, ਸਿਰਫ ਉਹਨੂੰ ਸਮਝ ਕੇ ਤੁਹਾਡੇ ਸਾਹਮਣੇ ਇਹ ਵਿਚਾਰ ਹੈ, ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਪ੍ਰੇਮ ਠਗੌਰੀ ਪਾਏ ਰਿਝਾਏ। ਉਹਨੂੰ ਕਿਵੇਂ ਰਿਝਾ ਲਿਆ? ਜੇ ਆਪਾਂ ਫਿਰ ਦੱਖਣਾ ਵੱਲ ਆ ਜਾਈਏ, ਜੋ ਤੋ ਕੀਨੇ ਆਪਣੇ ਤਿੰਨਾਂ ਕੂ ਮਿਲੇ ਹੋਏ, ਉਹਨੂੰ ਰਿਝਾਇਆ ਸੀ ਤਾਂ ਹੀ ਹੈ ਨਾ। ਜੇ ਉਹਨੂੰ ਪ੍ਰਸੰਨ ਕੀਤਾ ਸੀ ਤਾਂ ਹੀ ਉਹ ਮਿਲਿਆ। ਤੇ ਜਿਨ੍ਹਾਂ ਨੂੰ ਮਿਲਿਆ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ। ਇਹ ਖੇਡ ਬਣ ਕਿਵੇਂ ਗਈ? ਕਿਉਂਕਿ ਪ੍ਰੇਮ ਠਗੌਰੀ ਪਾਏ ਰਿਝਾਏ। ਪ੍ਰੇਮ ਦੀ ਉਸ ਠੱਗ ਬੂਟੀ ਨਾਲ ਕਹਿੰਦੇ ਪ੍ਰਸੰਨ ਕੀਤਾ। ਗੋਬਿੰਦ ਮਨ ਮੋਹਿਆ ਜੀਓ। ਉਸ ਗੋਬਿੰਦ ਦਾ ਜਿਹੜਾ ਮਨ ਸੀ ਉਹ ਮੋਹਿਆ ਗਿਆ, ਸਾਡਾ ਅਥਾਹ ਪ੍ਰੇਮ ਵੇਖ ਕੇ, ਅਥਾਹ ਪਿਆਰ ਵੇਖ ਕੇ। ਭਾਈ ਲਾਲੋ ਜੀ ਦੇ ਘਰ ਕੀ ਵੇਖਿਆ ਸੀ ਗੁਰੂ ਨਾਨਕ ਸਾਹਿਬ ਨੇ? ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲੇ ਨੇ, ਕੀ ਵੇਖਿਆ ਸੀ ਨਾਲ? ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਾਲੋ ਦੇ ਘਰ ਜਾਂਦੇ ਆ ਤੇ ਕੀ ਵੇਖਿਆ? ਉਹਦਾ ਕੋਈ ਸੋਹਣਾ ਘਰ ਵੇਖਿਆ, ਸੋਹਣੇ ਗੱਦੇ, ਕੋਈ ਮੰਜਾ ਵਿਛਾਈ ਵੇਖੇ, ਜਾਂ ਉਹਦੇ ਭਾਂਡੇ ਸੋਹਣੇ ਵੇਖੇ, ਜਾਂ ਉਹਦੇ ਘਰ ਦਾ ਬਣਿਆ ਭੋਜਨ ਸੋਹਣਾ ਵੇਖਿਆ? ਨਹੀਂ, ਭਾਈ ਲਾਲੋ ਦੇ ਅੰਦਰ ਦਾ ਪ੍ਰੇਮ ਵੇਖਿਆ ਹੈ, ਪਿਆਰ ਵੇਖਿਆ। ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਦਾ ਰੂਪ ਦੇ ਰਹੇ ਹੋ, ਕੀ ਵੇਖਿਆ? ਅੰਦਰ ਦਾ ਪ੍ਰੇਮ ਵੇਖਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਬਜ਼ੁਰਗੀ ਅਵਸਥਾ ਵਿੱਚ ਅਮਰਦਾਸ ਪਾਤਸ਼ਾਹ ਨੂੰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਬਣਾ ਰਹੇ ਹੋ, ਕੀ ਵੇਖਿਆ? ਪ੍ਰੇਮ ਵੇਖਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੀਆਂ ਦੋ ਪੁੱਤਰੀਆਂ ਨੇ, ਬੀਬੀ ਦਾਨੀ, ਬੀਬੀ ਭਾਨੀ ਜੀ, ਦੋਨੋਂ ਵਿਆਹੀਆਂ ਹੋਈਆਂ ਨੇ। ਭਾਈ ਰਾਮਾ ਜੀ ਤੇ ਭਾਈ ਜੇਠਾ, ਦੋਵਾਂ ਵਿੱਚ ਕੀ ਵੇਖਿਆ ਤੁਸੀਂ? ਜੋ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਬਣਾ ਦਿੱਤਾ, ਇਹ ਪ੍ਰੇਮ ਵੇਖਿਆ ਅੰਦਰ ਦਾ। ਪ੍ਰੇਮ ਸਤਿਗੁਰੂ ਮਹਾਰਾਜ ਨੇ ਵੇਖ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕਰਨ ਲੱਗੇ ਹੋ। ਦੋ ਪਿਓ ਪੁੱਤਰ ਤੁਹਾਡੇ ਘਰ ਵਿੱਚ ਆਏ ਨੇ, ਕੀ ਵੇਖਿਆ ਉਹਨਾਂ ਦਾ ਤੁਸੀਂ? ਉਹਨਾਂ ਦੇ ਅੰਦਰ ਦਾ ਪ੍ਰੇਮ ਵੇਖਿਆ ਹੈ, ਪਿਆਰ ਵੇਖਿਆ। ਹੁਣ ਅਸੀਂ ਆਪਣੀ ਧੀ ਨੂੰ ਉਸ ਘਰ ਦੇ ਵਿੱਚ ਵਿਆਹ ਦਈਏ ਜਿੱਥੇ ਸੋਹਣੀ ਕੋਠੀ ਵੇਖੀ ਹੈ, ਕਰੋੜਾਂ ਦਾ ਬੈਲੈਂਸ ਵੇਖਿਆ ਹੈ, ਨੌਕਰ ਚਾਕਰ ਵੇਖ ਕੇ ਸਾਡੀ ਧੀ ਤਾਂ ਰਾਜ ਕਰੇਗੀ। ਇੱਥੇ ਮਹਿਲ ਹੈ ਜੀ, ਸਾਡੀ ਧੀ ਨੇ ਜਿੱਥੇ ਵਿਆਹ ਕੇ ਜਾਣਾ ਉੱਥੇ ਮਹਿਲ ਬਣਿਆ ਹੋਇਆ ਹੈ, ਉੱਥੇ ਤਾਂ ਕਰੋੜਾਂ ਦੀ ਗੱਡੀ ਹੈ, ਉਹਦਾ ਤੇ ਤਾਂ ਕਰੋੜਾਂ ਦਾ ਬੈਲੈਂਸ ਹੈ। ਹਰ ਵੇਲੇ ਨੌਕਰ ਚਾਕਰ ਉਹਨਾਂ ਦੇ ਘਰ ਘੁੰਮਦੇ ਰਹਿੰਦੇ ਆ। ਸਾਡੀ ਧੀ ਤਾਂ ਰਾਜ ਕਰੇਗੀ, ਪਰ ਜੇ ਦੋਵਾਂ ਦਾ ਆਪਸ 'ਚ ਪਿਆਰ ਨਹੀਂ ਬਣਿਆ ਤੇ ਰਾਜ ਕੀ ਕਰੇਗੀ? ਦੱਸੋ। ਗੱਲ ਤੇ ਪ੍ਰੇਮ ਦੀ ਹੈ। ਉਹ ਮਹਿਲ ਕੀ ਕਰੇਗਾ? ਜੇ ਆਪਸ ਵਿੱਚ ਦੋ ਜੀਆਂ ਦਾ ਪ੍ਰੇਮ ਨਾ ਬਣਿਆ ਤੇ ਮਹਿਲ ਕੀ ਕਰੇਗਾ? ਜੇ ਦੋ ਜੀਆਂ ਦਾ ਆਪਸ ਵਿੱਚ ਪ੍ਰੇਮ ਨਾ ਬਣਿਆ, ਜੇ ਉਹਨਾਂ ਦੀ ਸੋਚ ਇੱਕ ਨਾ ਹੋਈ, ਵਿਚਾਰ ਇੱਕ ਨਾ ਹੋਈ, ਖਿਆਲ ਇੱਕ ਨਾ ਹੋਏ, ਤੇ ਕਰੋੜਾਂ ਦਾ ਬੈਲੈਂਸ ਕੀ ਕਰੇਗਾ? ਜੇ ਘਰ ਦੇ ਵਿੱਚ 24 ਘੰਟੇ ਕਲੇਸ਼ ਰਹੇਗਾ ਤੇ ਉਹ ਕੀ ਘਰ ਕਰੇਗਾ? ਗੱਲ ਤੇ ਪ੍ਰੇਮ ਤੇ ਆ ਕੇ ਖਲੋਣੀ ਹੈ, ਗੱਲ ਪ੍ਰੇਮ ਤੇ ਆ ਕੇ ਮੁੱਕਣੀ ਹੈ। ਤੇ ਪ੍ਰੇਮ ਵਿੱਚ ਹੀ ਕਿਹਾ ਸੀ ਮਹਾਰਾਜ, ਜੇ ਤੂੰ ਸੁੱਖ ਦੇ ਦੇਂਗਾ ਨਾ
ਤਾਂ ਵੀ ਇਹ ਪ੍ਰੇਮ ਦੀ ਤੰਦ ਨਹੀਂ ਟੁੱਟਣੀ। ਜੇ ਤੂੰ ਦੁੱਖ ਦੇ ਦੇਂਗਾ ਤਾਂ ਵੀ ਪ੍ਰੇਮ ਦੀ ਤੰਦ ਨਹੀਂ ਟੁੱਟਣੀ। ਜੇ ਤੂੰ ਭੁੱਖਾ ਵੀ ਰੱਖ ਦੇਂਗਾ ਨਾ ਤਾਂ ਵੀ ਇਹ ਪ੍ਰੇਮ ਦੀ ਤੰਦ ਕੋਈ ਨਹੀਂ ਟੁੱਟਣੀ, ਇਹ ਟੁੱਟਣੀ। ਜੇ ਤੂੰ ਰਾਜ ਦੇ ਦੇਂਗਾ ਤਾਂ ਵੀ ਤੰਦ ਨਹੀਂ ਟੁੱਟਣੀ। ਜੇ ਤੂੰ ਕਿਤੇ ਭੀਖ ਮੰਗਾ ਦੇਂਗਾ ਤਾਂ ਵੀ ਇਹ ਤੰਦ ਨਹੀਂ ਟੁੱਟਣੀ। ਆਹ ਹੈ ਪ੍ਰੇਮ ਗੁਰੂ ਦੇ ਨਾਲ, ਪਰਮੇਸ਼ਵਰ ਦੇ ਨਾਲ। ਇਸ ਲਈ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਇਹ ਪ੍ਰੇਮ ਸੀ ਉਹਨਾਂ ਦੇ ਵਿੱਚ ਜਿਨ੍ਹਾਂ ਵਿੱਚ ਉਹ ਮੋਹਿਆ ਗਿਆ, ਜਿਹਦੇ ਵਿੱਚ ਰਿਝਾਏ ਉਹ ਪ੍ਰਸੰਨ ਹੋ ਗਿਆ, ਜਿਹਦੇ ਵਿੱਚ ਆਪ ਲੀਨ ਹੋ ਕੇ ਆਪਣਾ ਜਸ ਉਹ ਆਪ ਹੀ ਸੁਣਦਾ ਪਿਆ ਹੈ। ਕਿਉਂਕਿ ਪ੍ਰੇਮ ਠਗੌਰੀ ਪਾਏ ਰਿਝਾਏ, ਗੋਬਿੰਦ ਮਨ ਮੋਹਿਆ ਜੀਓ, ਮੋਹਿਆ ਗਿਆ ਉਹ। ਇਹ ਹੁਣ ਸਾਰੀ ਖੇਡ ਬਣੀ ਕਿਵੇਂ, ਇਹ ਵੀ ਸੁਣ ਲਓ। ਕੋਈ ਸ਼ੰਕਾ ਰਹਿਣ ਹੀ ਨਹੀਂ ਦਿੱਤੀ ਮਹਾਰਾਜ ਨੇ। ਜੇ ਸ਼ੰਕਾ ਹੈ ਤੇ ਅਸੀਂ ਗੁਰਬਾਣੀ ਹਜੇ ਤੱਕ ਨਹੀਂ ਸਮਝ ਪਾਏ ਆ। ਜੇ ਗੁਰਬਾਣੀ ਸਮਝ ਲਈ ਤੇ ਸ਼ੰਕਾ ਰਹਿਣੀ ਨਹੀਂ ਚਾਹੀਦੀ। ਹੁਣ ਪ੍ਰੇਮ ਦੀ ਅਵਸਥਾ ਬਣੇਗੀ ਕਿਵੇਂ? ਉਸ ਗੋਬਿੰਦ ਨੂੰ ਰਿਝਾਵਾਂਗੇ ਕਿਵੇਂ? ਉਹਨੂੰ ਉਹ ਮੋਹਿਆ ਕਿਵੇਂ ਜਾਏਗਾ? ਸੰਤਨ ਕੈ ਪ੍ਰਸਾਦ ਅਗਾਧ ਕੰਠੈ ਲਗ ਸੋਹਿਆ ਜੀਓ। ਸੰਤਨ ਕੈ ਪ੍ਰਸਾਦ, ਰੰਗ ਰਤੜੀਆਂ ਰੂਹਾਂ ਦੀ ਸੰਗਤ ਦੇ ਕਿਰਪਾ ਸਦਕਾ, ਰੱਬ ਦੇ ਪਿਆਰਿਆਂ ਦੇ ਸਦਕਾ, ਗੁਰਮੁਖਾਂ ਦੀ ਸੰਗਤ ਦੇ ਸਦਕਾ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ। ਇੱਥੇ ਪ੍ਰੇਮ ਪੈਦਾ ਹੋਣਾ। ਅਸੀਂ ਬਾਣੀ ਤਾਂ ਨਿਤਨੇਮ ਤਾਂ ਆਪਣੇ ਜੀਵਨ ਵਿੱਚ ਆਪਣੇ ਘਰ ਬੈਠ ਕੇ ਕਰਨਾ ਹੈ, ਪਰ ਕਿਤੇ ਉਹ ਮੈਂ ਹੰਕਾਰ ਦਾ ਕਾਰਨ ਨਾ ਬਣ ਜਾਏ। ਅਸੀਂ ਸੰਗਤ ਵਿੱਚ ਆਉਣਾ ਹੈ, ਕਿਉਂਕਿ ਇੱਥੇ ਆ ਕੇ ਪਤਾ ਲੱਗਣਾ ਇੱਕ ਦੋ ਇੱਕ ਚੜ੍ਹਦੇ ਆ। ਇੱਥੇ ਤੇ ਇੱਕ ਦੋ ਇੱਕ ਚੜ੍ਹਦੀ ਕਲਾ ਵੇਲੇ ਬੈਠੇ ਆ, ਮੇਰਾ ਤੇ ਇੱਥੇ ਨਾਮ ਹੀ ਕੋਈ ਨਹੀਂ। ਇੰਨੀਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਨੇ। ਮੈਂ ਤੇ 4 ਵਜੇ ਇੱਕ ਦਿਨ ਉੱਠ ਗਿਆ ਤੇ ਸਾਰਾ ਦਿਨ ਅੰਦਰ, ਅੱਜ ਮੈਂ 4 ਵਜੇ ਉੱਠਿਆ, ਅੱਜ ਮੈਂ 4 ਵਜੇ ਉੱਠ ਗਿਆ, ਪਰ ਇੱਥੇ ਤੇ ਪਤਾ ਲੱਗਾ 2 ਵਜੇ ਉੱਠ ਕੇ ਰੰਗੇ ਬੈਠੇ ਆ। ਇੱਥੇ ਤੇ ਪਤਾ ਲੱਗਾ ਵੀ 2-2, 2:30 ਵਜੇ ਉੱਠ ਕੇ ਰੰਗ ਰਤੜੀਆਂ ਰੂਹਾਂ ਪ੍ਰੇਮ ਵਿੱਚ ਰੰਗੀਆਂ ਬੈਠੀਆਂ, ਤੇ ਮੈਂ ਤੇ ਇੱਕ ਦਿਨ ਹੀ ਉੱਠ ਕੇ ਤੇ ਸਾਰਾ ਦਿਨ ਹੋਮੇ ਦਾ ਪ੍ਰਗਟਾਵਾ ਕਰਦਾ ਰਿਹਾ। ਸੰਗਤ ਵਿੱਚ ਆ ਕੇ ਪ੍ਰੇਮ ਪੈਦਾ ਹੋਣਾ, ਮੈਂ ਨੇ ਪਰੇ ਹੋਣਾ। ਸੰਗਤ ਵਿੱਚ ਆ ਕੇ ਮੈਂ ਨੇ ਪਰੇ ਹੋਣਾ ਹੈ। ਇਸ ਲਈ ਮਹਾਰਾਜ ਨੇ ਆਖਿਆ, ਸੰਤਨ ਕੈ ਪ੍ਰਸਾਦ, ਕਿਰਪਾ ਦੇ ਦੁਆਰਾ ਅਗਾਧ ਕੰਠੈ ਲਗ ਸੋਹਿਆ ਜੀਓ। ਉਹ ਜਿਹੜਾ ਪਰਮੇਸ਼ਵਰ ਸੀ ਅਗਾਧ, ਜਿਹੜਾ ਅਥਾਹ ਬੇਅੰਤ ਸੀ, ਜਿਹਦਾ ਅੰਤ ਕੋਈ ਨਹੀਂ ਸੀ ਪਾਇਆ ਜਾ ਸਕਦਾ, ਜਿੱਥੇ ਤੱਕ ਮੇਰੀ ਪਹੁੰਚ ਹੀ ਨਹੀਂ ਸੀ ਬਣ ਸਕਦੀ। ਕਹਿੰਦੇ ਨੇ ਆ ਗੁਰਮੁਖਾਂ ਦੀ ਸੰਗਤ ਕਰਕੇ ਪ੍ਰੇਮ ਅੰਦਰ ਬਣਿਆ ਤੇ ਕੰਠੈ ਲਗ ਸੋਹਿਆ ਜੀਓ। ਉਹਨੇ ਮੈਨੂੰ ਆਪਣੇ ਕੰਠ ਨਾਲ ਲਾ ਲਿਆ, ਉਹਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ, ਤੇ ਜਦੋਂ ਮੈਨੂੰ ਆਪਣੇ ਗਲ ਨਾਲ ਲਾ ਲਿਆ, ਸੋਹਿਆ, ਮੈਂ ਇੰਨਾ ਸੋਹਣਾ ਹੋ ਗਿਆ। ਇੰਨਾ ਮੇਰਾ ਜੀਵਨ ਜਿਹੜਾ ਸੀ ਉਹ ਕਹਿੰਦੇ ਨੇ ਸ਼ੁਭ ਗੁਣਾਂ ਨਾਲ ਭਰਪੂਰ ਹੋ ਗਿਆ। ਕਿਉਂ? ਗੁਰੂ ਰਾਮਦਾਸ ਜੀ ਦੀ ਗੱਲ ਬਾਰ-ਬਾਰ ਚੇਤੇ ਆਉਂਦੀ ਹੈ। ਕਹਿੰਦੇ ਨੇ ਮੈਂ ਤੇ ਘੁੱਗਣੀਆਂ ਵੇਚਦਾ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਆਇਆ ਸਾਂ, ਪਰ ਸੰਗਤ ਵਿੱਚ ਆ ਕੇ ਇੰਨਾ ਰੰਗ ਲੱਗ ਗਿਆ, ਇੰਨਾ ਰੰਗ ਲੱਗ ਗਿਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪ। ਇਹ ਕੰਠੇ ਲਾਉਣ ਵਾਲੀ ਗੱਲ ਸੀ। ਕੰਠ ਮੈਨੇ ਗਲ ਨਾਲ ਲਾਉਣਾ। ਜਿਸ ਦਿਨ ਗੁਰੂ ਅਮਰਦਾਸ ਜੀ ਨੇ ਗਲ ਨਾਲ ਲਾ ਕੇ ਆਖਿਆ ਹੋਏਗਾ, ਪੁੱਤਰ ਜੀ ਅੱਜ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਨਾਲ ਕਰਨ ਲੱਗਾ, ਤੇ ਜਿਸ ਦਿਨ ਨਾਨੀ ਦੇ ਨਾਲ ਆਏ ਸੀ ਨਾ, ਨਾਨੀ ਨਾਲ ਉਂਗਲ ਪਕੜ ਕੇ, ਉਸ ਦਿਨ ਸੋਚਿਆ ਹੀ ਨਹੀਂ ਹੋਣਾ ਕਿ ਜਿਨ੍ਹਾਂ ਦੇ ਦਰ ਤੇ ਮੈਂ ਆ ਰਿਹਾ ਉਹ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਨਾਲ ਇੱਕ ਦਿਨ ਮੈਂ ਵਿਆਹਿਆ ਜਾਵਾਂਗਾ। ਜਦੋਂ ਗਲ ਨਾਲ ਲਾਇਆ ਤੇ ਕਿੰਨੀ ਖੁਸ਼ੀ ਹੈ। ਇੱਕ ਦਿਨ ਫਿਰ ਗਲ ਨਾਲ ਲਾਇਆ, ਕਹਿੰਦੇ ਨੇ ਅੱਜ ਮੈਂ ਤੁਹਾਨੂੰ ਚਵਰਾਂ ਛਤਰਾਂ ਤਖਤਾਂ ਦਾ ਹੀ ਮਾਲਕ ਬਣਾਉਣ ਲੱਗਾ। ਅੱਜ ਤੋਂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਕਹਿੰਦੇ ਜਿਨੇ ਸਿਰਿਆ ਸੀ ਅੱਜ ਉਹਨੇ ਸਵਾਰਿਆ। ਪਤਾ ਕਿਉਂ? ਕਿਉਂਕਿ ਅੰਦਰ ਅਥਾਹ ਪ੍ਰੇਮ ਭਰ ਗਿਆ, ਅੰਦਰ ਪ੍ਰੇਮ ਭਰ ਗਿਆ।
ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਕਹਿਣ ਲੱਗੇ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹਨਾਂ ਅੰਦਰ ਪ੍ਰੇਮ ਪੈਦਾ ਹੋਇਆ, ਉਸ ਪ੍ਰੇਮ ਦੇ ਨਾਲ ਉਹ ਮਾਲਕ ਰੀਝ ਗਿਆ, ਪ੍ਰਸੰਨ ਹੋਇਆ, ਔਰ ਇਹ ਗੁਰਮੁਖਾਂ ਦੀ ਸੰਗਤ ਦੇ ਸਦਕੇ ਉਹਨੇ ਮੈਨੂੰ ਕੰਠ ਨਾਲ ਗਲ ਨਾਲ ਲਾ ਕੇ ਮੇਰਾ ਜੀਵਨ ਸੋਹਣਾ ਬਣਾ ਦਿੱਤਾ। ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ, ਭਗਤ ਲਖਣ ਕਰ ਵਸ ਪਏ। ਮਨ ਸਰਬ ਸੁਖ ਉਠੇ ਗੋਵਿੰਦ ਤੁਠੇ, ਜਨਮ ਮਰਨਾ ਸਭ ਮਿਟ ਗਏ। ਹੁਣ ਜਦੋਂ ਕੰਠ ਨਾਲ ਲਾ ਲਿਆ, ਜਦੋਂ ਗਲ ਨਾਲ ਲਾ ਲਿਆ, ਮਾਲਕ ਨੇ ਰੀਝ ਕੇ ਹੀ ਲਾਇਆ ਨਾ, ਪ੍ਰਸੰਨ ਹੋ ਕੇ ਤੁਰਠ ਕੇ ਹੀ ਲਾਇਆ। ਅਸੀਂ ਕਿਸੇ ਨੂੰ ਗਲਵੱਕੜੀ 'ਚ ਲੈਂਦੇ ਹਾਂ ਤੇ ਗੁੱਸੇ ਵਿੱਚ ਆ ਕੇ ਥੋੜ੍ਹੀ ਗਲਵੱਕੜੀ 'ਚ ਲੈਂਦੇ ਹਾਂ। ਅਸੀਂ ਜਦੋਂ ਵੀ ਕਿਸੇ ਨੂੰ ਗਲਵੱਕੜੀ 'ਚ ਲੈਂਦੇ ਹਾਂ ਪ੍ਰੇਮ ਨਾਲ ਹੀ ਲੈਂਦੇ ਹਾਂ। ਇਸ ਲਈ ਜਦੋਂ ਮਾਲਕ ਨੇ ਕਹਿੰਦੇ ਹਰ ਕੰਠ ਲਗ ਸੋਹਿਆ, ਜਦੋਂ ਉਹਦੇ ਗਲ ਲਾ ਕੇ ਮੈਂ ਸੋਹਣਾ ਹੋ ਗਿਆ, ਦੋਖ ਸਭ ਜੋਹਿਆ, ਜਿੰਨੇ ਵੀ ਦੋਖ ਸੀ ਸਾਰੇ ਹੀ ਮਿਟ ਗਏ, ਜਿੰਨੇ ਵੀ ਮੇਰੇ ਦਾਗ ਧੱਬੇ ਸੀ ਸਾਰੇ ਹੀ ਮਿਟ ਗਏ, ਸਾਰੇ ਦੁੱਖ ਨਾਸ਼ ਹੋ ਗਏ। ਭਗਤ ਲਖਿਆਣ ਕਰ ਵਸ ਭਏ, ਅੰਦਰ ਜਿਹੜੇ ਸੀ ਭਗਤੀ ਦੇ ਲੱਛਣ, ਭਗਤੀ ਦੇ ਗੁਣ ਅੰਦਰ ਜਿਹੜੇ ਸੀ ਪ੍ਰਗਟ ਹੋ ਗਏ। ਭਗਤ ਕਿਹਨੂੰ ਕਹਿੰਦੇ ਆ? ਉਹ ਅਵਸਥਾ ਬਣ ਗਈ ਅੰਦਰ ਦੀ। ਕਿਹੜੀ ਬਣ ਗਈ? ਕਹਿਣ ਲੱਗੇ ਮਤ ਹੁੰਦੀ ਹੋਏ ਇਆਣਾ। ਇਹ ਭਗਤ ਦੇ ਲੱਖਣ ਨੇ। ਕਿ ਭਗਤ ਕਿਹਨੂੰ ਕਹਿੰਦੇ ਆ? ਸਿਰਫ ਆ ਮੱਥੇ ਤੇ ਸਟੈਂਪ ਲਾਉਣ ਨਾਲ ਕੋਈ ਭਗਤ ਨਹੀਂ ਬਣਦਾ, ਪਹਿਰਾਵਾ ਪਾਉਣ ਨਾਲ ਜਾਂ ਹੱਥ 'ਚ ਮਾਲਾ ਪਕੜਨ ਨਾਲ ਕੋਈ ਭਗਤ ਨਹੀਂ ਬਣਨਾ, ਜਾਂ ਚੰਦ ਬੋਲ ਮੇਰੇ ਵਰਗਾ ਬੋਲ ਕੇ ਕੋਈ ਗਿਆਨੀ ਨਹੀਂ ਬਣ ਜਾਣਾ। ਉਹਦੇ ਲੱਛਣ ਵੀ ਹੋਣੇ ਚਾਹੀਦੇ ਅੰਦਰ, ਉਹਦੇ ਗੁਣ ਵੀ ਹੋਣੇ ਚਾਹੀਦੇ ਅੰਦਰ। ਲੋਕਾਂ ਨੇ ਫੁੱਲ ਤਾਂ ਬਨਾਵਟੀ ਬਣਾ ਦਿੱਤੇ, ਪਰ ਉਹਨਾਂ ਫੁੱਲਾਂ ਵਿੱਚ ਕੁਦਰਤੀ ਖੁਸ਼ਬੂ ਕਿੱਥੋਂ ਭਰਨਗੇ? ਫੁੱਲ ਤਾਂ ਬਨਾਵਟੀ ਬਣਾ ਦਿੱਤੇ ਅਸੀਂ, ਪਤਾ ਹੀ ਨਹੀਂ ਲੱਗਦਾ ਫੁੱਲਾਂ ਵਿੱਚ। ਜਦੋਂ ਉਹਦੇ ਵਿੱਚੋਂ ਖੁਸ਼ਬੂ ਆਏਗੀ ਫਿਰ ਪਤਾ ਲੱਗਣਾ ਵੀ ਅਸਲ ਕਿਹੜਾ ਤੇ ਨਕਲ ਕਿਹੜਾ ਹੈ। ਇਸੇ ਤਰ੍ਹਾਂ ਲੱਛਣ ਵੀ ਤਾਂ ਹੋਣੇ ਚਾਹੀਦੇ ਆ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵਡਾਏ, ਕੋ ਐਸਾ ਭਗਤ ਸਦਾਏ। ਮਹਾਰਾਜ ਕਹਿੰਦੇ ਅਣ ਹੁੰਦੇ ਕੁਛ ਨਹੀਂ ਹੈ, ਪਰ ਫਿਰ ਵੀ ਵੰਡਣ ਦੀ ਭਾਵਨਾ ਹੈ। ਤਾਣ ਹੈ, ਬਲ ਤਾਕਤ ਹੈ, ਪਰ ਫਿਰ ਵੀ ਨਿਤਾਣਾ ਹੋ ਕੇ ਰਹਿੰਦਾ ਹੈ। ਮਤ ਹੁੰਦਿਆਂ ਹੋਇਆਂ ਵੀ ਇਆਣਾ ਬਣ ਕੇ ਰਹਿੰਦਾ ਹੈ। ਇਹਨੂੰ ਕਹਿੰਦੇ ਆ ਭਗਤ। ਹੁਣ ਜਦੋਂ ਮਾਲਕ ਨੇ ਕੰਠ ਨਾਲ ਲਾ ਲਿਆ, ਗਲ ਨਾਲ ਲਾ ਲਿਆ, ਸਾਰੇ ਦੋਖ ਨਾਸ਼ ਹੋ ਗਏ। ਭਗਤ ਦੇ ਤੱਤੇ ਨੂੰ ਸਿਆਰੀ, ਭਗਤ ਲਖਿਆਣ ਕਰ ਵਸ ਪਏ। ਕਹਿੰਦੇ ਅੰਦਰ ਜਿਹੜਾ ਸੀ ਭਗਤੀ ਦੇ ਗੁਣ ਜਿਹੜੇ ਆ ਉਹ ਵਸ ਗਏ। ਜਦੋਂ ਵਸ ਗਏ ਮਨ ਸਰਬ ਸੁਖ ਉਠੇ, ਮਨ ਵਿੱਚ ਸਾਰੇ ਦੇ ਸਾਰੇ ਸੁਖ ਆ ਗਏ। ਗੋਬਿੰਦ ਤੁਠੇ, ਪਰਮੇਸ਼ਵਰ ਦੇ ਤੁਰਠ ਜਾਣ ਨਾਲ ਜਨਮ ਮਰਨਾ ਸਭ ਮਿਟ ਗਏ। ਜੰਮਣ ਮਰਨ ਜਿਹੜਾ ਸੀ ਮਿਟ ਗਿਆ। ਸਖੀ ਮੰਗਲੋ ਗਾਇਆ, ਇਸ਼ ਪੁਜਾਇਆ, ਬਹੁੜ ਨਾ ਮਾਇਆ ਹੋਇਆ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਹੁਣ ਜਦੋਂ ਮਨ ਵਿੱਚ ਸੁਖ ਵਸ ਗਏ, ਗੋਬਿੰਦ ਤੁਰਠ ਗਿਆ, ਜਨਮ ਮਰਨ ਮਿਟ ਗਿਆ। ਹੁਣ ਸਖੀ ਮੰਗਲੋ ਗਾਇਆ। ਜਿਹੜੀਆਂ ਇੰਦਰੀਆਂ ਸੀ ਇਹਨਾਂ ਸਖੀਆਂ ਨੇ ਸਤ ਸੰਗੀ ਰੂਪ ਵਿੱਚ ਮੰਗਲ ਗਾਏ, ਉਹਦੇ ਗੀਤ ਗਾਏ। ਕਿਉਂਕਿ ਇੱਛ ਪੁਜਾਇਆ, ਇੱਛਾ ਪੂਰੀਆਂ ਹੋ ਗਈਆਂ। ਇੱਛ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਜਦੋਂ ਉਹ ਹਰ ਵਰ ਪਾ ਲਿਆ, ਮਿਲ ਸਹੀਆਂ ਮੰਗਲ ਗਾਵਈ ਗੀਤ, ਗੋਬਿੰਦ ਅਲਾਏ ਦੀ ਖੇਡ ਬਣ ਗਈ ਅੰਦਰ। ਕਹਿੰਦੇ ਨੇ ਹੁਣ ਇਹ ਖੇਡ ਬਣ ਗਈ ਤੇ ਫਿਰ ਕੀ ਹੋਇਆ? ਸਖੀ ਮੰਗਲੋ ਗਾਇਆ, ਇੱਛ ਪੁਜਾਇਆ, ਬਹੁੜ ਨਾ ਮਾਇਆ ਹੋਇਆ। ਫਿਰ ਹੁਣ ਇਹ ਤ੍ਰੈ ਗੁਣੀ ਮਾਇਆ ਛੂ ਨਹੀਂ ਸਕਦੀ। ਹੁਣ ਇਹ ਵਿਕਾਰ ਛੂ ਨਹੀਂ ਸਕਦੇ। ਕਿਉਂ? ਕਰ ਗਹਿ ਲੀਨੇ, ਕਿਉਂਕਿ ਮਾਲਕ ਨੇ ਮੇਰੀ ਬਾਂਹ ਫੜ ਲਈ, ਮੇਰਾ ਹੱਥ ਫੜ ਲਿਆ। ਨਾਨਕ
ਪ੍ਰਭ ਪਿਆਰੇ, ਉਸ ਪ੍ਰਭੂ ਪਿਆਰੇ ਨੇ ਮੇਰਾ ਹੱਥ ਪਕੜ ਕੇ ਸੰਸਾਰ ਸਾਗਰ ਨਹੀਂ ਪੋਇਆ, ਮੈਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੱਤਾ। ਇਹ ਸੰਸਾਰ ਸਾਗਰ ਮੈਨੂੰ ਪੋਇਆ ਛੂ ਵੀ ਨਹੀਂ ਸਕਿਆ। ਇਹ ਸੰਸਾਰ ਸਮੁੰਦਰ ਜਿਹੜਾ ਸੀ ਮੈਨੂੰ ਡੋਬ ਵੀ ਨਹੀਂ ਸਕਿਆ। ਮੈਂ ਇਹਦੇ ਤੋਂ ਪਾਰ ਲੰਘ ਗਿਆ, ਕਿਉਂਕਿ ਮੇਰੇ ਮਾਲਕ ਨੇ ਮੇਰੀ ਬਾਂਹ ਜਿਹੜੀ ਸੀ ਉਹ ਪਕੜ ਕੇ ਆਪਣੇ ਵਿੱਚ ਲੀਨ ਕਰਕੇ ਮੈਨੂੰ ਇਸ ਸੰਸਾਰ ਸਾਗਰ ਤੋਂ ਪਾਰ, ਭਵਜਲ ਤੋਂ ਪਾਰ ਕਰਾ ਦਿੱਤਾ। ਤੇ ਅਸੀਂ ਵੀ ਇਸੇ ਲਈ ਹੀ ਗੁਰੂ ਸਾਹਿਬ ਦੇ ਦਰ ਤੇ ਆਏ ਹਾਂ। ਗੁਰੂ ਸਾਹਿਬ ਦੇ ਦਰ ਤੇ ਆ ਕੇ ਸੰਗਤ ਕਰੀਏ, ਬਾਣੀ ਦੇ ਨਾਲ ਪ੍ਰੀਤ ਪਾਈਏ, ਤੇ ਜਿੰਨਾ ਹੋ ਸਕੇ ਨਾਮ ਦੇ ਰੰਗ ਦੇ ਵਿੱਚ ਰੰਗਿਆਂ ਅਸੀਂ ਵੀ ਇਹ ਬਖਸ਼ਿਸ਼ਾਂ ਆਪਣੇ ਜੀਵਨ ਦੇ ਅੰਦਰ ਹਾਸਲ ਕਰ ਸਕੀਏ। ਅਰਦਾਸ ਕਰੀਏ, ਮਾਲਕ ਜੀ ਤੁਹਾਡੇ ਦਰ ਤੇ ਆ ਤੇ ਰਹੇ ਹਾਂ, ਪਰ ਸਾਡੇ ਕੋਲ ਉਹ ਪ੍ਰੇਮ ਦੀ ਭਾਵਨਾ ਨਹੀਂ ਅੰਦਰ ਬਣ ਪਾ ਰਹੀ ਹੈ। ਤੁਸੀਂ ਕਿਤੇ ਤੁਰ ਉੱਠ ਕੇ ਰਹਿਮਤ ਵਰਤਾ ਦਿਓ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਜਿਸ ਦਿਨ ਗੁਰੂ ਸਾਹਿਬ ਤੁਰ ਉੱਠ ਕੇ ਸਾਡੇ ਅੰਦਰ ਇਹ ਪ੍ਰੇਮ ਦੀ ਭਾਵਨਾ ਨੂੰ ਪ੍ਰਗਟ ਕਰ ਦੇਣਗੇ, ਉਸ ਦਿਨ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਜਿਹੜਾ ਹੈ ਉਹ ਬਣ ਸਕੇਗਾ। ਇਸ ਲਈ ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ। ਆਪ ਵੀ ਬਾਣੀ ਦੇ ਅਭਿਆਸ ਦੇ ਵਿੱਚ ਜੁੜੋ ਤੇ ਹੋਰਾਂ ਨੂੰ ਵੀ। ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਬਾਣੀ ਬਾਣੀ ਦੇ ਧਾਰਨੀ ਬਣੀਏ। ਸਤ ਸੰਗਤ ਕਰੀਏ, ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਜੁੜੀਏ, ਤਾਂ ਕਿ ਉਸ ਮਾਲਕ ਦੀਆਂ ਖੁਸ਼ੀਆਂ ਰਹਿਮਤਾਂ ਸਾਡੇ ਜੀਵਨ ਵਿੱਚ ਵਰਤ ਸਕਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਪਾਤਸ਼ਾਹ ਜੀ ਬਖਸ਼ ਦੇਣ। ਅੰਦਰ ਗੁਰਬਾਣੀ ਪ੍ਰਤੀ, ਪਰਮੇਸ਼ਵਰ ਦੇ ਨਾਮ ਪ੍ਰਤੀ, ਗੁਰੂ ਪ੍ਰਤੀ ਸੱਚਾ ਪ੍ਰੇਮ ਜਿਹੜਾ ਉਹ ਪ੍ਰਗਟ ਹੋ ਸਕੇ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਸਖੀ ਮੰਗਲੋ ਗਾਇਆ, ਇਸ਼ ਪੁਜਾਇਆ, ਬਹੁੜ ਨਾ ਮਾਇਆ ਹੋਇਆ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।